आज तो ठीक 100 साल पहले 20 फरवरी 1921 ਨੂੰ जिस तरह साहिब ननकाना साहिब दे विच जिस तरह जड़ा एक कतलेआम हमला होया सी जिसदे विच छोटे छोटे बच्चे भी शहीद हो गए सी। उस हिंदुओं ने जिस वेले हमला किया, किन्ने सिख वीर, किन्नियां भैणां, किन्नियां मावां, किन्नियां बच्चे, ये जड़े हैं कई 260 के करीब जो इतिहास में आंदा है। दास नूं भी बहुत ज़्यादा डेटे नहीं पता, जो असीं कथा भी सुनांगे उस तो ज़्यादा दे जड़े हैं वो साडे सिख भरा भैन बच्चे शहीद होए। असीं उन्हां दा 100 साला जो कि सानू अकाल तख्त तो भी ये हुक्म आया है कि जिन्ने भी सिंह सभावां हैगियां उन्होंने इस ननकाना साहिब मास्कर दे उत्ते जरूर दीवान सजाने चाहिए। इतिहास के बारे ये सिख संगतां पूरा जो अपडेट हैगा, किस तरह साढ़े सिखां ने कुर्बानियां कीतियां ने, साढ़े गुरुआं ने कुर्बानियां कीतियां ने, जो अज असी बड़े ही प्रेम दे नाल प्यार दे नाल गुरु ग्रंथ साहब महाराज जी गोद विच बैठ के उस अकाल पुरख नूं याद करदे हां। ये सारे साढ़े सिखां दी कुर्बानी का ही रिजल्ट है। हुण दास ज़्यादा समा ना लैंदा होए, साढ़े भाई साहब भाई हरजीत सिंह जी सिमरन अपने हरमन जी शाहबाद मरकंडा वाले पहुँच चुके ने। बहुत सोहनी कथा विचार रखते हैं, इन्हों दे बड़े ही अच्छे, क्योंकि पिछे भी साढ़े को एक बार 2 बार इस जड़ा कोरोना तो पहले आए सी, भाई साहब ने बहुत ही चंगा सोहना इतिहास जो वर्णन किया सी। दास बेनती करेगा भाई साहब जी नूं हुण आके सानू घंटा 8:30 बजे तक इतिहास के बारे जो ननकाना साहब जी का हिस्टरी हैगी जो अज तो 100 साल पहले हुई सी, संगतां नूं इस इतिहास के बारे उहदे बारे थोड़ा उन्हां नाल सांझे करन विचार दास जी आया नूं कहंदे होए भाई साहब जी नूं बेनती करेगा सानू 1 घंटा कथा द्वारा निहाल करनगे। वाहिगुरू जी का खालसा, वाहिगुरू जी की फतेह। वाहिगुरु जीओ सतनाम वाहिगुरु साहिब जी। गगन तमामा बाजियो परयो निशाने घाओ, खेत जो मांडियो सूरमा अब जो जन को दाओ। सूरा सो पहचानिए जो लड़े दीन के हित, पुरजा पुरजा कट मरै कबू न छाड़े खेत। जो तो प्रेम खिलन का चाओ, सिर धर तली गली मेरी आओ। इत मार्ग पैर तरीजै सिर दीजै कान न कीजै। जिस प्यारी स्यों नहीं तिस आगे मर चलिए। त्रिग जीवन संसार ताकै पाछे जीवना। पहला मरण कबूल
ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸ਼ਬਦ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮਿੱਠੀ ਗੋਦ ਅੰਦਰ ਆਪ ਜੀ ਇਸ ਵਿਸ਼ੇਸ਼ ਹਫ਼ਤਾਵਾਰੀ ਗੁਰਮਤਿ ਸਮਾਗਮ ਦੀਆਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ। ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਘਰ ਦੇ ਅਤੀ ਸਤਿਕਾਰਯੋਗ ਕੀਰਤਨੀ ਜਥੇ ਪਾਸੋਂ ਆਪ ਜੀ ਨੇ ਰੱਬੀ ਬਾਣੀ ਦੇ ਕੀਰਤਨ ਸ਼੍ਰਵਣ ਕੀਤੇ ਹਨ, ਕਿਉਂਕਿ ਅੱਜ ਭਗਤ ਰਵਿਦਾਸ ਜੀ ਜਿਨ੍ਹਾਂ ਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਦਰਜ ਹੈ, ਜਿਹੜੇ ਇਸ ਅਵਸਥਾ ਤੇ ਪਹੁੰਚ ਗਏ, ਰਵਿਦਾਸ ਢਵੰਤਾ ਢੋਰ ਨੀ ਤਿਲ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਤਿਨੀ ਦਰਸ਼ਨ ਪਾਇਆ। ਤੇ ਭਾਈ ਗੁਰਦਾਸ ਲਿਖਦੇ ਨੇ, ਭਗਤ ਭਗਤ ਜਗ ਵਜਿਆ, ਚਹੁ ਜੁਗਾਂ ਦੇ ਵਿੱਚ ਮਰੇਟਾ। ਭਗਤ ਰਵਿਦਾਸ ਜੀ ਉਹਨਾਂ ਦਾ ਅੱਜ ਅਵਤਾਰ ਪੁਰਬ ਹੈ। ਪਰਸੋਂ ਜਿਹੜਾ ਦਿਨ ਲੰਘਿਆ ਹੈ 25 ਫਰਵਰੀ ਦਾ, 7ਵੇਂ ਗੁਰੂ ਨਾਨਕ ਸਾਦਗੀ ਦੇ ਮੁਜੱਸਮੇ, ਜਿਨ੍ਹਾਂ ਦੇ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਲਿਖਦੇ ਨੇ, ਹੱਕ ਪਰਵਰ ਹੱਕ ਸੱਚ ਗੁਰ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼ ਗੁਰ ਕਰਤਾ ਹਰ ਰਾਏ। ਸਤਿਗੁਰ ਜੀ ਦਾ ਆਗਮਨ ਪੁਰਬ ਸੀ। ਆਪ ਜੀ ਨੂੰ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਤੇ ਭਗਤ ਰਵਿਦਾਸ ਜੀ ਦੇ ਅਵਤਾਰ ਪੁਰਬ ਦੀਆਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। 21 ਫਰਵਰੀ 2021 ਜਿਹੜਾ ਦਿਨ ਲੰਘਿਆ ਹੈ, ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਤਹਿਤ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਜੋ 21 ਫਰਵਰੀ 1921 ਨੂੰ ਸਾਕਾ ਨਨਕਾਣਾ ਸਾਹਿਬ ਦੀ ਧਰਤੀ ਤੇ ਭਾਣਾ ਵਾਪਰਿਆ ਸੀ। ਗਾਲਬਨ 130 ਸਿੰਘਾਂ ਦੀ ਸ਼ਹਾਦਤ ਹੋਈ। ਉਸ ਨੂੰ 100 ਸਾਲ ਹੋ ਚੁੱਕੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ ਕਿ ਹਰ ਗੁਰੂ ਘਰ ਦੇ ਅੰਦਰ ਸਾਕਾ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ ਜ਼ਰੂਰ ਮਨਾਈ ਜਾਏ। ਤੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੁੱਖ ਰੱਖਦਿਆਂ ਆਪ ਜੀ ਨੇ ਅੱਜ ਵਿਸ਼ੇਸ਼ ਸਮਾਗਮ ਉਲੀਕੇ ਨੇ। ਜਿੰਨਾ ਕੁ ਸਮਾਂ ਦਾਸ ਨੂੰ ਬਖਸ਼ਿਸ਼ ਹੋਇਆ ਹੈ, ਸਮੇਂ ਵਿੱਚ ਰਹਿੰਦੇ ਹੋਏ ਅਸੀਂ ਸਾਕਾ ਨਨਕਾਣਾ ਸਾਹਿਬ ਦੇ ਬਾਬਤ ਵਿਚਾਰਾਂ ਦੀ ਸਾਂਝ ਪਾਵਾਂਗੇ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਇੱਕ ਵਾਰ ਆਪ ਜੀ ਜਿਤਨੇ ਜੁੜ ਬੈਠੇ ਹੋ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ ਤੇ ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਿਤਾ ਪ੍ਰਤੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਵੈਸੇ ਤਾਂ ਜੇ ਥੋੜਾ ਜਿਹਾ ਅਸੀਂ ਸ਼ਰ੍ਹਾ ਤੋਂ ਹਟ ਕੇ ਗੱਲ ਕਰੀਏ, ਜਿਹੜੀ ਅਰਦਾਸ ਹੈ ਉਹ ਕੋਈ ਅੱਖਰਾਂ ਦੀ ਅਲਫਾਜ਼ਾਂ ਦੀ ਮੁਹਤਾਜ ਨਹੀਂ। ਛੋਟੀ ਜੀ ਮੈਂ ਗੱਲ ਕਰਕੇ ਵਿਸ਼ੇ ਵੱਲ ਆ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਪਹਿਲਾ ਰਾਗ ਹੈ ਨਾ, ਸ਼੍ਰੀ ਰਾਗ, ਸ਼੍ਰੀ ਰਾਗ ਦੇ ਅੰਦਰ ਇੱਕ ਬਾਣੀ ਹੈ ਜਿਹਨੂੰ ਪਹਿਰਿਆਂ ਦੀ ਬਾਣੀ ਕਹਿੰਦੇ ਹਨ, ਕਿਉਂਕਿ ਸਮੇਂ ਦੀ ਵੰਡ ਵਿੱਚ 4 ਪਹਿਰ ਦਿਨ ਹੈ, 4 ਪਹਿਰ ਰਾਤ। ਮਨੁੱਖ ਦੀ ਜ਼ਿੰਦਗੀ ਨੂੰ ਰਾਤ ਦੇ ਨਾਲ ਤਸ਼ਬੀਹ ਦਿੱਤੀ, ਪਹਿਲੇ ਪਹਿਰੇ ਰਹਿਣ ਕੈ ਬਨਜਾਰਿਆਂ ਮਿੱਤਰ। ਜਦੋਂ ਮਨੁੱਖ ਦੀ ਗੱਲ ਕੀਤੀ ਤੇ ਮਨੁੱਖ ਦਾ ਜਿਹੜਾ ਪਹਿਲਾ ਸਟੈਪ ਹੈ ਉਹ ਕੀ ਹੈ? ਮਾਂ ਦੇ ਗਰਭ ਵਿੱਚ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਮਾਂ ਦੇ ਗਰਭ ਵਿੱਚ ਆਇਆ ਨਾ ਤੇ ਪਤਾ ਕੀ ਹੋ ਰਿਹਾ? ਰੱਬ ਨਾਲ ਲਿਵ ਜੁੜੀ ਹੈ, ਰੱਬ ਦੇ ਅੱਗੇ ਅਰਦਾਸਾਂ ਹੋ ਰਹੀਆਂ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਤੇ ਉੱਤੇ ਲਿਖੇ ਖਸਮ ਸੇਤੀ ਅਰਦਾਸ ਵਖਾਣੈ। ਅਰਦਾਸ ਮਾਂ ਦੇ ਗਰਭ ਤੋਂ ਸ਼ੁਰੂ ਹੋ ਗਈ। ਹੁਣ ਉਹ ਜਿਹੜੀ ਮਾਂ ਦੇ ਗਰਭ ਵਿੱਚ ਅਸੀਂ ਅਰਦਾਸ ਕਰਦੇ ਹਾਂ ਵੀ ਅੱਖਰਾਂ ਦੀ ਮੁਹਤਾਜ ਨਹੀਂ ਹੈ। ਇੱਥੇ ਅਸੀਂ ਹੱਥ ਜੋੜ ਕੇ ਨਹੀਂ ਕਹਿੰਦੇ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਨਹੀਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ। ਥੋੜੀ ਜੀ ਗੱਲ ਮੈਂ ਸ਼ਰ੍ਹਾ ਤੋਂ ਹਟ ਕੇ ਗੱਲ ਕਰ ਰਿਹਾ ਕਿ ਵੈਸੇ ਅਰਦਾਸ ਅੱਖਰਾਂ ਦੀ ਮੁਹਤਾਜ ਨਹੀਂ। ਤੁਸੀਂ ਇਸ ਸਾਲ 400 ਸਾਲਾ ਮਨਾਉਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ। ਮਹਾਰਾਜ ਨੇ ਬਾਰ-ਬਾਰ ਗੱਜ ਦੀ ਗੱਲ ਕੀਤੀ, ਗੱਜ ਗਰਾਹ ਤੇ ਛੂਟਾ। ਗੱਜ ਹਾਥੀ ਨੂੰ ਕਹਿੰਦੇ ਨੇ। ਇੱਕ ਪੁਰਾਣ ਕਥਾ ਹੈ ਕਿ ਹਾਥੀ ਨੂੰ ਜਦੋਂ ਤੰਦੂਏ ਨੇ ਫੜ ਲਿਆ, ਉਹਨੇ ਕਮਲ ਦਾ ਫੁੱਲ ਆਪਣੀ ਸੁੰਡ ਵਿੱਚ ਪਾ ਕੇ ਉੱਤੇ ਕਰਕੇ ਰੱਬ ਅੱਗੇ ਬੇਨਤੀ ਕੀਤੀ ਸੀ। ਰੱਬ ਨੇ ਆਪਣਾ ਚੱਕਰ ਭੇਜਿਆ। ਮੇਰੀ ਬੇਨਤੀ ਨੂੰ ਸਮਝਣਾ, ਵੈਸੇ ਅਰਦਾਸ ਕਿਸੇ ਅੱਖਰਾਂ ਦੀ ਮੁਹਤਾਜ ਨਹੀਂ, ਪਰ ਇੱਕ ਸਾਡੀ ਪੰਥਕ ਅਰਦਾਸ ਹੈ ਜੋ ਅਸੀਂ ਗੁਰੂ ਘਰ ਵਿੱਚ ਵੀ ਕਰਦੇ ਹਾਂ, ਸਿੱਖ ਨਿਤਨੇਮ ਤੋਂ ਬਾਅਦ ਵੀ ਕਰਦਾ ਹੈ। ਹੁਣ ਜਿਹੜੀ ਸਾਡੀ ਪੰਥਕ ਅਰਦਾਸ ਹੈ ਜਿਸ ਦੇ ਅੰਦਰ ਅਸੀਂ ਪਹਿਲੇ 10 ਗੁਰੂ ਸਾਹਿਬਾਨਾਂ ਦਾ ਧਿਆਨ ਕਰਦੇ ਹਾਂ, ਉਸ ਤੋਂ ਬਾਅਦ ਅਸੀਂ 5 ਪਿਆਰਿਆਂ ਦਾ, 4 ਸਾਹਿਬਜ਼ਾਦਿਆਂ ਦਾ ਤੇ 40 ਮੁਕਤਿਆਂ ਦਾ ਧਿਆਨ ਕਰਦੇ ਹਾਂ। ਹੁਣ ਅਗਲੀ ਗੱਲ ਨੂੰ ਧਿਆਨ ਨਾਲ ਸੁਣੋ ਜਿੱਥੇ ਮੈਂ ਗੱਲ ਸ਼ੁਰੂ ਕਰਨੀ ਹੈ। ਫਿਰ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਉਹ ਕੁਰਬਾਨੀ ਭਾਵੇਂ ਸੀਸ ਭੇਟ ਕਰਕੇ ਹੋਈ, ਚਰਖੜੀਆਂ ਤੇ ਚੜ ਕੇ ਹੋਈ, ਆਰਿਆਂ ਨਾਲ ਚੀਰੇ ਗਏ, ਬੰਦ ਕਟਾਏ। ਤੁਸੀਂ ਰੋਜ਼ ਪੜ੍ਹੋ। ਹੁਣ ਇੱਥੇ ਇੱਕ ਗੱਲ ਛੋਟੀ ਜੀ ਸਮਝ ਲਓ। ਜਿਹੜੀ ਅਰਦਾਸ ਅਸੀਂ ਕਰਦੇ ਹਾਂ, ਅਰਦਾਸ ਦੇ ਵਿੱਚ ਜਿਹੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਨਾ, ਤਸੀਹਿਆਂ ਦਾ ਜ਼ਿਕਰ ਹੈ, ਪਰ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ ਉਹਨਾਂ ਦਾ ਨਾਮ ਨਹੀਂ ਆਇਆ। ਇੱਕ ਗੱਲ ਵੱਖਰੀ ਹੈ, ਜਦੋਂ ਖੋਪੜੀ ਲੋਹਾਣ ਦੀ ਗੱਲ ਆਏਗੀ ਤੁਹਾਡਾ ਧਿਆਨ ਇੱਕਦਮ ਭਾਈ ਤਾਰੂ ਸਿੰਘ ਜੀ ਵੱਲ ਚਲਾ ਜਾਏਗਾ। ਠੀਕ ਹੈ। ਜਦੋਂ ਬੰਦ ਕੱਟਣ ਦੀ ਗੱਲ ਆਏਗੀ ਤੁਹਾਡਾ ਧਿਆਨ ਇੱਕਦਮ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੱਲ ਚਲਾ ਜਾਏਗਾ। ਜਦੋਂ ਪੁੱਠੇ ਲਟਕਣ ਦੀ ਗੱਲ ਆਏਗੀ, ਪੁੱਠੇ ਲਟਕ ਕੇ ਖਲ ਉਤਾਰਨ ਦੀ ਗੱਲ ਆਏਗੀ, ਤੁਹਾਡਾ ਧਿਆਨ ਇੱਕਦਮ ਜੈ ਸਿੰਘ ਖਲਕਤ ਵੱਲ ਚਲਾ ਜਾਏਗਾ।
ਪਰ ਸੋਚਿਆ ਕਦੀ ਕਿ ਜਦੋਂ ਅਰਦਾਸ ਤਿਆਰ ਕੀਤੀ ਗਈ, ਅਰਦਾਸ ਵਿੱਚ ਉਹਨਾਂ ਤਸੀਹਿਆਂ ਦਾ ਜ਼ਿਕਰ ਆ ਗਿਆ ਜਿਹੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਪਰ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਨਾਮ ਨਹੀਂ ਆਇਆ। ਕਦੀ ਸੋਚਿਆ ਇਸ ਗੱਲ ਨੂੰ? ਬੜੀ ਡੂੰਘੀ ਗੱਲ। ਪੰਥ ਨੇ ਬੜਾ ਹੀ ਸੋਚ ਕੇ, ਬੜੀ ਸਮਝ ਕੇ, ਬੜੀ ਵਿਚਾਰ ਦੇ ਨਾਲ ਅਰਦਾਸ ਤਿਆਰ ਕੀਤੀ ਹੈ ਕਿ ਬੰਦ ਕੱਟ ਜਾਣਾ, ਖੋਪੜੀਆਂ ਲੈ ਜਾਣੀਆਂ। ਕਿਉਂ? ਤਸੀਹੇ ਦਾ ਜ਼ਿਕਰ ਹੈ, ਨਾਮ ਦਾ ਜ਼ਿਕਰ ਨਹੀਂ। ਇਸ ਕਰਕੇ ਸਿੱਖਾ, ਇਹ ਅਰਦਾਸ ਕੇਵਲ ਉਸ ਸਮੇਂ ਤੱਕ ਸੀਮਤ ਨਹੀਂ। ਅੱਜ ਵੀ ਜੇ ਕੋਈ ਧਰਮ ਦੇ ਨਿਮਿਤ, ਗੁਰੂ ਧਾਮਾਂ ਦੇ ਨਿਮਿਤ, ਸਿੱਖੀ ਦੇ ਨਿਮਿਤ ਆਪਣੇ ਬੰਦ ਕਟਾਉਂਦਾ ਨਾ, ਆਪਣੀਆਂ ਖੋਪੜੀਆਂ ਲਹਾਉਂਦਾ, ਚਰਖੀਆਂ ਤੇ ਚੜਦਾ, ਤੇ ਅੱਜ ਵੀ ਫਿਰ ਜਿੱਥੇ ਅਰਦਾਸ ਹੋਏਗੀ ਨਾ, ਖਾਲੀ ਫਿਰ ਉਹਨਾਂ ਦਾ ਨਹੀਂ। ਅੱਜ ਕੋਈ ਉਹਨਾਂ ਵਿੱਚੋਂ ਇੱਕ ਤਸੀਹਾ ਸਹਿੰਦਾ ਨਾ, ਉਹਦੀ ਕਮਾਈ ਦਾ ਧਿਆਨ ਧਰ ਕੇ ਵੀ ਬੋਲਿਆ ਜਾਏਗਾ ਵਾਹਿਗੁਰੂ। ਗੱਲ ਨੂੰ ਧਿਆਨ ਨਾਲ ਸਮਝਣਾ। ਜੇ ਉਸ ਵੇਲੇ ਅਰਦਾਸ ਵਿੱਚ ਨਾਮ ਦੇ ਦਿੰਦੇ ਤੇ ਉਹਨਾਂ ਤੱਕ ਸੀਮਿਤ ਹੋ ਜਾਣੀ ਸੀ ਗੱਲ, ਕਿ ਭਾਈ ਤਾਰੂ ਸਿੰਘ ਜੀ ਤੱਕ ਸੀਮਿਤ ਹੋ ਗਈ, ਭਾਈ ਮਨੀ ਸਿੰਘ ਜੀ ਤੱਕ। ਇਸ ਕਰਕੇ ਨਾਮ ਨਹੀਂ ਦਿੱਤੇ, ਤਸੀਹਿਆਂ ਦਾ ਜ਼ਿਕਰ ਦੇ ਦਿੱਤਾ। ਜੇ ਅੱਜ ਵੀ ਕੋਈ ਉਹਨਾਂ ਵਿੱਚੋਂ ਤਸੀਹੇ ਸਹਿਣ ਕਰਦਾ ਹੈ ਤੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਵੀ ਬੋਲਿਆ ਜਾਏਗਾ ਵਾਹਿਗੁਰੂ। ਮੇਰੀ ਗੱਲ ਨੂੰ ਸਮਝ ਗਏ ਆਪ? ਹੁਣ ਇਹਨਾਂ ਵਿੱਚ ਅਸੀਂ ਇੱਕ ਬਚਨ ਪੜ੍ਹਦੇ ਹਾਂ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ। ਕਿਉਂਕਿ ਅਸੀਂ ਗੱਲ ਕਰਨੀ ਸਾਕੇ ਨਨਕਾਣੇ ਦੀ, ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ। ਇਹਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਮਿੰਟ, ਮੈਂ ਵਿੱਚੋਂ ਨਿਕਲਣ ਲੱਗਾ, ਫਿਰ ਆ ਰਿਹਾ ਵਿਸ਼ੇ। ਜਿੰਨੇ ਅਰਦਾਸ ਦੇ ਵਿੱਚ ਤਸੀਹੇ ਨੇ ਨਾ, ਤੁਹਾਡੇ ਵਿੱਚੋਂ ਤਾਂ ਸ਼ਾਇਦ ਬਖਸ਼ੀਆਂ ਰੂਹਾਂ ਬੈਠੀਆਂ ਹੋਣ। ਮੈਂ ਆਪਣੀ ਗੱਲ ਕਰਾਂ, ਕਿਉਂਕਿ ਜਿਹੜੀ ਸ਼ਹਾਦਤ ਹੈ, ਸ਼ਹਾਦਤ ਦੇਣ ਲਈ ਇਬਾਦਤ ਚਾਹੀਦੀ ਹੈ। ਮੈਂ ਅਕਸਰ ਇੱਕ ਗੱਲ ਕਿਹਾ ਕਰਦਾ, ਇਬਾਦਤ ਬੰਦਗੀ ਨਹੀਂ ਹੈ। ਬੰਦਗੀ ਇਬਾਦਤ ਦੀ ਨੀਂਹ ਤੇ ਹੀ ਸ਼ਹਾਦਤ ਦਾ ਮਹਿਲ ਖੜਾ ਹੁੰਦਾ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਸਾਡੀਆਂ ਇਤਨੀਆਂ ਇਬਾਦਤਾਂ ਨਹੀਂ, ਇਤਨਾ ਸਿਮਰਨ ਨਹੀਂ, ਇਤਨੀ ਬੰਦਗੀ ਨਹੀਂ ਕਿ ਅਸੀਂ ਕੋਈ ਸ਼ਹਾਦਤ ਦੇ ਸਕੀਏ। ਸ਼ਹਾਦਤ ਦੇਣੀ ਕੋਈ ਸੌਖੀ ਖੇਡ ਨਹੀਂ। ਪਰ ਸ਼ਹਾਦਤ ਵਾਲਾ ਸਾਰਾ ਕਨਸੈਪਟ ਇੱਕ ਪਾਸੇ ਰੱਖ ਦਈਏ, ਇਹਦੇ ਵਿੱਚ ਇੱਕ ਗੱਲ ਹੋਰ ਆਈ, ਉਹ ਕੰਮ ਮੈਂ ਤੇ ਤੁਸੀਂ ਕਰ ਸਕਦੇ। ਤੇ ਜੇ ਉਹ ਕੰਮ ਕਰ ਲਈਏ, ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਅਰਦਾਸ ਕਰੇਗਾ ਨਾ, ਤੇ ਸਾਡਾ ਨਾਮ ਵੀ ਵਿੱਚ ਆ ਜਾਏਗਾ। ਸਾਡੀ ਕਮਾਈ ਦਾ ਧਿਆਨ ਧਰ ਕੇ ਵੀ ਵਾਹਿਗੁਰੂ ਬੋਲਿਆ ਜਾਏਗਾ। ਉਹ ਕੀ ਚੀਜ਼ ਹੈ? ਧਿਆਨ ਨਾਲ ਸੁਣੋ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ, ਅਸੀਂ ਸੀਸ ਨਹੀਂ ਦੇ ਸਕਦੇ, ਇੰਨੀ ਸਾਡੀ ਕੋਈ ਬੰਦਗੀ ਨਹੀਂ। ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਸਿੱਖੀ ਕੇਸਾ ਸਵਾਸਾਂ ਨਾਲ ਲਿਵਾਏ। ਧਰਮ ਨਹੀਂ ਹਾਰਿਆ। ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਸਾਰਾ ਸਾਡੇ ਵਾਸਤੇ ਬਾਹਰ, ਤੁਹਾਡੇ ਵਿੱਚੋਂ ਕੋਈ ਬਖਸ਼ੀ ਰੂ ਬੈਠੀ ਹੋਵੇ ਗੱਲ ਵੱਖਰੀ। ਪਰ ਇੱਕ ਗੱਲ ਹੈ, ਉਹ ਕੀ ਹੈ? ਦੇਖ ਕੇ ਅਨਡਿਟ ਕੀਤਾ ਹੁੰਦਾ ਨਾ, ਦੇਖ ਕੇ ਅਨਡਿਟ ਕਰਨਾ ਕੀ ਹੈ? ਦੇਖੋ, ਮੈਂ ਗੁਰੂ ਦੀ ਗੋਦ ਵਿੱਚ ਕਹਿ ਰਿਹਾ, ਮਹਾਰਾਜ ਕਹਿੰਦੇ ਭੁੱਲਣ ਅੰਦਰ ਸਭ ਟੂ ਐਰਰ ਇਜ਼ ਹਿਊਮਨ। ਇਨਸਾਨ ਗਲਤੀ ਦਾ ਪੁਤਲਾ ਹੈ, ਕਿੰਦੇ ਕੋਲ ਭੁੱਲ ਨਹੀਂ ਹੁੰਦੀ। ਪਰ ਜੇ ਤੁਹਾਨੂੰ ਕਿਸੇ ਦੀ ਭੁੱਲ ਦਾ ਪਤਾ ਚੱਲਦਾ ਹੈ, ਉਹਨੂੰ ਦੇਖ ਕੇ ਅਨਡਿਟ ਕਰੋ, ਪਰਦਾ ਪਾਓ। ਪਰ ਜਿਉਂ ਨੈਟ ਦਾ ਯੁੱਗ ਆਇਆ, WhatsApp ਆਇਆ, Facebook ਹੈ, ਅਸੀਂ ਨਸ਼ਰ ਕਰਦੇ ਹਾਂ। ਕਿੰਨਾ ਸੌਖਾ ਕੰਮ ਹੈ, ਦੇਖ ਕੇ ਅਨਡਿਟ ਕਰ ਬਸ। ਤੇ ਪੂਰੇ ਵਰਲਡ ਵਿੱਚ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਅਰਦਾਸ ਕਰੇਗਾ ਨਾ, ਤੁਹਾਡੀ ਕਮਾਈ ਦਾ ਧਿਆਨ ਧਰ ਕੇ ਵੀ ਬੋਲਿਆ ਜਾਏਗਾ ਵਾਹਿਗੁਰੂ। ਹੁਣ ਅਸੀਂ ਅਰਦਾਸ ਕਹਿੰਦੇ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ
ਕੁਰਬਾਨੀਆਂ ਕੀਤੀਆਂ ਤਿਨਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਕਿਉਂਕਿ ਜਿਹੜਾ ਅੱਜ ਦਾ ਸੱਕ ਹੈ ਨਾ ਗੁਰਦੁਆਰੇ ਦੀ ਸੇਵਾ ਸੰਭਾਲ ਦੇ ਲਈ, ਇੱਕ ਦੋ ਬਚਨ ਕਹਿ ਕੇ ਫਿਰ ਅੱਗੇ ਚੱਲਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾ ਦੋ ਥਾਵਾਂ ਤੇ ਗੁਰਦੁਆਰੇ ਦਾ ਜ਼ਿਕਰ ਆਇਆ। ਇੱਕ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ। ਮਹਾਰਾਜ ਕਹਿੰਦੇ ਗੁਰਦੁਆਰੇ ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਨੁੱਖ ਦਾ ਜਿਹੜਾ ਮਨ ਹੈ ਅੰਤःਕਰਨ ਮੈਲਾ ਹੋ ਚੁੱਕਾ। ਬਾਹਰਲੀ ਮੈਲ ਬਾਹਰਲੇ ਸਾਧਨ ਧੋ ਦਿੰਦੇ। ਤੁਸੀਂ ਰੋਜ਼ ਜਪਜੀ ਸਾਹਿਬ ਦਾ ਵੀ ਪਾਠ ਕਰਦੇ, ਭਰੀ ਹੈ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਪਾਣੀ ਨਾਲ ਬਾਹਰਲੀ ਮੈਲ ਉਤਰ ਜਾਂਦੀ। ਜੇ ਸਤਿਗੁਰ ਕਹਿੰਦੇ ਇਸ ਤੋਂ ਅੱਗੇ ਗੱਲ ਹੈ ਮੂਤ ਪਲੀਤੀ ਕੱਪੜ ਹੋਏ ਤੇ ਸਾਬੂਨ ਲਈਏ ਉਹ ਧੋਏ। ਅੱਗੇ ਸਤਿਗੁਰ ਭਰੀ ਹੈ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇਂ ਕਹਿ। ਹੁਣ ਇਸੇ ਨੂੰ ਮਹਾਰਾਜ ਨੇ ਸੂਹੀ ਰਾਗ ਵਿੱਚ ਖੋਲਿਆ। ਮਹਾਰਾਜ ਕਹਿੰਦੇ ਭਾਂਡਾ ਅਤ ਮਲੀਨ, ਅੰਦਰ ਦਾ ਭਾਂਡਾ। ਦੇਖੋ ਨਾ ਤੁਸੀਂ ਆਪਣੇ ਘਰਾਂ ਵਿੱਚ, ਚਲੋ ਅੱਜ ਸਿਸਟਮ ਹੈ ਪੈਕਟ ਵਾਲਾ ਦੁੱਧ ਆ ਗਿਆ, ਪਰ ਜਦੋਂ ਉਸ ਦੁੱਧ ਨੂੰ ਵੀ ਉਬਾਲਣ ਲਈ ਤੁਸੀਂ ਬਰਤਨ ਵਿੱਚ ਪਾਉਂਦੇ ਹੋ, ਪਹਿਲੇ ਬਰਤਨ ਸਾਫ਼ ਕਰਦੇ ਹੋ ਵੀ ਜੇ ਬਰਤਨ ਸਾਫ਼ ਨਾ ਹੋਇਆ ਤੇ ਦੁੱਧ ਫਟ ਜਾਏ। ਸੂਹੀ ਰਾਗ ਦਾ ਪਹਿਲਾ ਸ਼ਬਦ ਹੈ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਦੇ ਕੋ। ਮਹਾਰਾਜ ਕਹਿੰਦੇ ਹੁਣ ਕੀ ਹੈ? ਭਾਂਡਾ ਅਤ ਮਲੀਨ, ਧੋਤਾ ਹੱਛਾ ਨਾ ਹੋਈ ਸੀ। ਅੱਗੇ ਜਾ ਕੇ ਮਹਾਰਾਜ ਕਹਿੰਦੇ ਏਤ ਦੁਆਰਾ ਧੋਏ ਹੱਛਾ ਹੋਈ ਸੀ। ਉੱਥੇ ਮਹਾਰਾਜ ਕਹਿੰਦੇ ਗੁਰੂ ਦਾ ਦਰਦ ਐਸਾ ਹੈ, ਗੁਰਦੁਆਰੇ ਹੋਏ ਸੋਜੀ ਪਾਏ ਸੀ। ਗੁਰੂ ਦੇ ਦਰ ਤੇ ਆ ਕੇ ਸਿੱਖ ਨੂੰ ਸੋਜੀ ਮਿਲਦੀ, ਸਮਝ ਮਿਲਦੀ ਹੈ ਕਿ ਗੁਰੂ ਦੇ ਦਰ ਤੇ ਆ ਕੇ ਅੰਦਰ ਦਾ ਭਾਂਡਾ ਧੋਤਾ ਜਾਂਦਾ। ਗੁਰਦੁਆਰੇ ਹੋਏ ਸੋਜੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਈ ਸੀ। ਇਹ ਗੁਰੂ ਨਾਨਕ ਸਾਹਿਬ ਦਾ ਬਚਨ ਸੀ। ਇੱਕ ਬਚਨ ਤੁਸੀਂ ਗੁਰੂ ਅਮਰਦਾਸ ਜੀ ਦਾ ਪੜ੍ਹਦੇ ਹੋ। ਕੀ ਬਚਨ ਪੜ੍ਹਦੇ ਹੋ ਤੁਸੀਂ? ਮਹਾਰਾਜ ਕਹਿੰਦੇ ਹਰ, ਅਸੀਂ ਇੱਥੇ ਇੱਕ ਵਿਸ਼ਰਾਮ ਗਲਤ ਲਾ ਦਿੰਦੇ, ਅਸੀਂ ਹਰ ਜੀਓ ਇਕੱਠਾ ਪੜ੍ਹ ਲੈਂਦੇ। ਅਸੀਂ ਸੋਚਦੇ ਜੀਓ ਹਰ ਦਾ ਆਦਰਵਾਚੀ ਹੈ, ਨਹੀਂ, ਹਰ ਤੇ ਰੁਕ ਜਾਣਾ। ਹਰ ਦਾ ਮਤਲਬ ਹਰੀ ਪਰਮਾਤਮਾ ਨੇ। ਜਿਉ ਗੁਫਾ ਅੰਦਰ ਰੱਖ ਕੇ, ਜਿੰਦ ਰੂਪੀ ਗੁਫਾ ਦੇ ਵਿੱਚ ਰੱਖ ਕੇ ਕੀ ਕੀਤਾ? ਵਾਜਾ ਪਵਨ ਵਜਾਇਆ, ਸਵਾਸਾਂ ਦਾ ਵਾਜਾ ਵਜਾ ਦਿੱਤਾ। ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀ। ਦੋ ਅੱਖਾਂ, ਦੋ ਕੰਨ, ਦੋ ਹੈ ਨੱਕ ਦੀ ਨਾਸਕਾ, ਇੱਕ ਰਸਨਾ ਲਿੰਗ ਤੇ ਬੁੱਧੀ। ਨੌ ਦੁਆਰੇ ਪ੍ਰਗਟ ਕੀਏ ਤੇ ਅਗਲਾ ਕੰਮ ਕੀਤਾ? ਦਸਵਾਂ ਗੁਪਤ ਰਖਾਇਆ। ਹੁਣ ਜਿਹੜਾ ਦਸਮ ਦੁਆਰ ਗੁਪਤ ਹੈ ਉਹਦੀ ਪ੍ਰਾਪਤੀ ਕਿਸ ਤਰ੍ਹਾਂ? ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਮਹਾਰਾਜ ਕਹਿੰਦੇ ਜਿੰਦੀ ਗੁਰਦੁਆਰੇ ਨਾਲ ਭਾਵਨੀ ਜੁੜ ਗਈ ਨਾ ਉਹਨੂੰ ਦਸਮ ਦੁਆਰ ਦੀ ਪ੍ਰਾਪਤੀ। ਤਾਂ ਗੁਰਦੁਆਰੇ ਕਿਉਂ ਜ਼ਰੂਰੀ ਨੇ? ਦਸਮ ਦੁਆਰ ਦੀ ਪ੍ਰਾਪਤੀ ਦੇ ਲਈ। ਤੇ ਗੁਰਦੁਆਰੇ ਦੇ ਅੰਦਰ ਹੀ ਅੰਤःਕਰਨ ਦਾ ਭਾਂਡਾ ਸਾਫ਼ ਹੋਣਾ। ਗੁਰਦੁਆਰੇ ਆ ਕੇ ਸੋਚੀ ਮਿਲੀ। ਇਸ ਕਰਕੇ ਸਾਰਾ ਸਿੱਖ ਇਤਿਹਾਸ ਵੇਖੀਏ, ਇਹਨਾਂ ਗੁਰਦੁਆਰਿਆਂ ਲਈ ਸਿੱਖ ਕੌਮ ਦੇ ਅੰਦਰ ਸੀਸ ਅਰਪਣ ਵੀ ਕੀਤੇ ਗਏ। ਜੇ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਤੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਅਰਪਣ ਵੀ ਕੀਤਾ। ਤੇ ਗੁਰੂ ਪਿਆਰੀ ਸਾਧ ਸੰਗਤ, ਜੇ ਕਿਤੇ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਸੀ, ਮੱਸੇ ਰੰਗੜ ਵਰਗੇ ਕੰਜਰੀਆਂ ਨਚਾ ਰਹੇ ਸਨ, ਬੇਅਦਬੀ ਕਰ ਰਹੇ ਸਨ, ਤੇ ਫਿਰ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸੀਸ ਧੜ ਤੋਂ ਜੁਦਾ ਕੀਤਾ ਸੀ। ਭਾਵ ਕੀ? ਗੁਰੂ ਨਾਨਕ ਦਾ ਸਿੱਖ ਗੁਰਦੁਆਰਿਆਂ ਦੇ ਲਈ ਆਪਣਾ ਸੀਸ ਭੇਟ ਵੀ ਕਰ ਸਕਦਾ, ਜੇ ਸਮਾਂ ਬਣੇ ਤੇ ਕਿਸੇ ਦਾ ਸੀਸ ਲਾ ਵੀ ਸਕਦਾ। ਹੁਣ ਅਸੀਂ ਗੱਲ ਕਰਨੀ ਹੈ ਸਾਕਾ ਨਨਕਾਣਾ ਸਾਹਿਬ ਦੀ। ਇੱਕ ਸਮਾਂ ਐਸਾ ਆਇਆ, ਦੇਖੋ ਤੁਸੀਂ ਥੋੜਾ ਜਿਹਾ, ਮੈਂ ਥੋੜੇ ਦਿਨ ਪਹਿਲੇ ਵੀ ਬੇਨਤੀ ਕਰਕੇ ਆਇਆ, ਜਦੋਂ
ਗੱਲ ਚੱਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਦੀ। ਤੁਹਾਨੂੰ ਇੱਕ ਗੱਲ ਪਤਾ ਹੋਵੇ, ਬਰੀਕ ਗੱਲ ਹੈ, 1 ਅਪ੍ਰੈਲ 1621 ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਹੋਇਆ। ਜਦੋਂ ਪਹਿਲੀ ਸ਼ਤਾਬਦੀ ਆਈ ਨਾ, ਉਹ ਆਈ 1721 ਵਿੱਚ। ਉਹਨਾਂ ਦਿਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਸੀ। ਪਤਾ ਨਹੀਂ ਸਿੱਖ ਕੌਮ ਦੇ ਅੰਦਰ ਕੈਸਾ ਮਾਹੌਲ ਸੀ, ਸ਼ਤਾਬਦੀ ਮਨਾਈ ਗਈ ਕਿ ਨਹੀਂ ਮਨਾਈ। ਫਿਰ 1821 ਦਾ ਸਮਾਂ ਆਇਆ। 1821 ਦਾ ਸਮਾਂ ਇਤਨਾ ਵਿਖਮ ਸਮਾਂ ਸੀ, ਤੁਹਾਨੂੰ ਪਤਾ ਹੋਵੇ, ਰਤਨ ਸਿੰਘ ਭੰਗੂ ਲਿਖਦੇ ਨੇ ਵੀ ਘਰ ਤੇ ਕਾਟੇ ਬਨ ਰਹੇ, ਸਿੱਖਾਂ ਨੂੰ ਘਰਾਂ ਵਿੱਚੋਂ ਨਿਕਲਣਾ ਪਿਆ ਕਿਉਂਕਿ ਸਿਰਾਂ ਤੇ ਮੁੱਲ ਪੈ ਰਹੇ ਸਨ। ਤੇ ਸਿੱਖ ਕਿੱਥੇ ਰੁਕੇ? ਜੰਗਲਾਂ ਦੇ ਵਿੱਚ। ਜਦੋਂ ਦੁਸ਼ਮਣ ਨੂੰ ਪਤਾ ਚੱਲਿਆ ਵੀ ਸਿੱਖ ਜੰਗਲਾਂ ਦੇ ਵਿੱਚ ਹੈ, ਉਹਨਾਂ ਨੇ ਜੰਗਲਾਂ ਨੂੰ ਅੱਗ ਲਾ ਦਿੱਤੀ। ਜਦੋਂ ਜੰਗਲ ਨੂੰ ਅੱਗ ਲੱਗੀ, ਸਿੱਖ ਪਾਣੀ ਵਿੱਚ ਜਾ ਕੇ ਡੁੱਬ ਗਏ। ਪਰ ਜਦੋਂ ਪੋਹ ਦਾ ਮਹੀਨਾ ਆਇਆ, ਪਾਣੀ ਵੀ ਜੰਮ ਗਿਆ। ਹੁਣ ਸਿੱਖ ਕਿੱਥੇ ਜਾਵੇ? ਤਾਂ ਹੀ ਪੰਥ ਨੇ ਇੱਕ ਬਚਨ ਐਡ ਕੀਤਾ ਅਰਦਾਸ ਵਿੱਚ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। घर ते काटे बन रहे, बन तज नीर लुकाए, नीर लुके सो नो ना रहे, कहो सिंह कत जाए। मेरी गल नूं समझना, मैं आ रहा लड़ीवाल। 1721 बाबा बंदा सिंह दी बहादुर दी शहादत होई। पता नहीं कैसा माहौल सी, सिखां ने गुरु तेग बहादुर साहब दा 100 साला मनाया कि नहीं मनाया। 1821 ਵਿਖਮ ਸਮਾਂ ਸੀ, ਸਿੰਘ ਜੰਗਲਾਂ ਦੇ ਵਿੱਚ ਸਨ। ਪਤਾ ਨਹੀਂ 200 ਸਾਲਾ ਮਨਾਇਆ ਗਿਆ ਕਿ ਨਹੀਂ ਮਨਾਇਆ ਗਿਆ। 1921 ਆਇਆ, ਸਾਕਾ ਨਨਕਾਣਾ ਸਾਹਿਬ ਵਾਪਰ ਗਿਆ। ਪਤਾ ਨਹੀਂ 300 ਸਾਲਾ ਮਨਾਇਆ ਗਿਆ ਕਿ ਨਹੀਂ ਮਨਾਇਆ ਗਿਆ। ਪਰ ਅਸੀਂ ਭਾਗਾਂ ਵਾਲੇ ਹਾਂ, ਸਾਡੇ ਹਯਾਤੀ ਵਿੱਚ ਇਹ ਸਮਾਂ ਆ ਰਿਹਾ ਹੈ 400 ਸਾਲਾ ਮਨਾਉਣ। तो ਅਸੀਂ ਇਹਨੂੰ ਵੱਡੀ ਪੱਧਰ ਤੇ ਮਨਾਈ। ਚਲੋ ਇੱਕ ਵੱਖਰਾ ਭਾਗ। ਹੁਣ 1821 ਦੀ ਅਸੀਂ ਗੱਲ ਕੀਤੀ, ਕਿੰਨਾ ਵਿਖਮ ਸਮਾਂ ਸੀ। ਜਦੋਂ ਸਿੱਖਾਂ ਤੇ ਵਿਖਮ ਸਮਾਂ ਆਇਆ ਨਾ, ਐਸੇ ਸਮਿਆਂ ਦੇ ਵਿੱਚ ਸਭ ਤੋਂ ਪਹਿਲੇ ਉਦਾਸੀਆਂ ਨੇ ਗੁਰੂ ਘਰ ਦੀ ਸੇਵਾ ਸੰਭਾਲ ਕੀਤੀ। ਉਦਾਸੀਆਂ ਨੇ ਗੁਰੂ ਘਰ ਦੀ ਸੇਵਾ ਸੰਭਾਲ ਕੀਤੀ। ਪਰ ਜਦੋਂ ਉਦਾਸੀਆਂ ਦੇ ਰਾਹੀਂ गिरावट आ गई, की गिरावट आ गई? श्री गुरु ग्रंथ साहिब जी के बराबर बाबा श्री चंद की मूर्ति भी ला दी। सानू फिर उदासियां तो प्रबंध खोना पिया। उदासियां ने सेवा भी बड़ी की, विखम समय दे विच गुरु घरां दी संभाल। पर जदों गिरावट आ गई, श्री गुरु ग्रंथ साहिब जी के बराबर बाबा श्री चंद की मूर्तियां ला दित्तियां। सानू उदासियां तो भी प्रबंध होना पिया। उदासियां तो बाद महंतां दे कोल प्रबंध आ गए। महंत शब्द पवित्र है। महंत दा अर्थ है वड्डा। जाप साहब भी तुसीं पढ़दे। वैसे मैं महंत दे अर्थ करदा जिन्ने मैं मींस ममता, हाँ मींस हंगता। दो ही चीज़ां बंदे ने माली, ममता ते हंगता। महंत जिंदे विच ममता ते हंगता दा अंत हो गया, वो है महंत। अनंत है, महंत है, रब नूं कहा, बड़ा पवित्र शब्द। महंता ने सेवा संभाल की नाल नाल सरकार वल्लों, क्योंकि जिहड़ा साके ननकाणे दा समां है ना, उदों अंग्रेजां दा राज सी। ध्यान रखना, संतापता सी। मुगला वेले भी बड़ा भोगिया, संताप अंग्रेजां वेले भी भोगिया, ते हुण भी भोग रहे हैं। 84 दे विच की भाना वापरिया, की होया? कोई सुनवाई नहीं। सब तो वध कुर्बानियां सिख धर्म दे विच। तो खैर मैं जिहड़ी बेनती करन लगा आप जी दे चरनां दे विच ध्यान नाल गल सुनो। हुण सरकार वल्लों एक सरबराह थापिया जांदा। कितनी को गिरावट आ चुकी सी, समझना इस गल। 1919 दे अंदर जलियांवाले बाग दा कांड होया। तुहानूं सारे
ਹੁਣ ਕਿਤਨੀ ਗਿਰਾਵਟ ਆ ਚੁੱਕੀ ਸੀ। ਜਨਰਲ ਡਾਇਰ ਜਿਹਨੇ ਸਾਰਾ ਕੁਝ ਕਰਵਾਇਆ, ਉਹਨੂੰ ਵਿਸਾਖੀ ਵਾਲੇ ਦਿਨ ਅਕਾਲ ਤਖਤ ਤੇ ਬੁਲਾ ਕੇ ਸਿਰੋਪਾ ਦਿੱਤਾ ਗਿਆ। ਤੁਸੀਂ ਆਪ ਲਾ ਲਓ ਵੀ ਕਿੰਨੀ ਗਿਰਾਵਟ ਆ ਚੁੱਕੀ ਸੀ। ਮਹੰਤਾਂ ਦਾ ਜੀਵਨ ਇਤਨਾ ਗਿਰ ਚੁੱਕਾ ਸੀ ਕਿ ਉਹਨਾਂ ਨੇ ਗੁਰੂ ਘਰ ਨੂੰ ਅਯਾਸ਼ੀ ਦਾ ਅੱਡਾ ਬਣਾ ਲਿਆ। ਸ਼ਰਾਬਾਂ, ਕਬਾਬਾਂ, ਕੋਈ ਧੀ ਭੈਣ ਦਰਸ਼ਨ ਕਰਨ ਆਉਂਦੀ ਸੀ, ਇੱਜ਼ਤ ਮਹਿਫੂਜ਼ ਨਹੀਂ ਰਹਿੰਦੀ ਸੀ। ਬਾਕੀ ਤਾਂ ਤੁਸੀਂ ਛੱਡੀ, ਜਿਹੜਾ ਇਤਨਾ ਕੋ ਡਿੱਗ ਗਿਆ ਕਿ ਉਹਨੇ ਨਿਤਨੇਮ ਕਰਨਾ ਤੇ ਕੀ ਪਾਠ ਕਰਨਾ ਤੇ ਕੀ ਸੇਵਾ ਸੰਭਾਲ। ਗੁਰੂ ਪਿਆਰੀ ਸਾਧ ਸੰਗਤ, ਸਿੱਖ ਦੇ ਅੰਦਰ ਜਿਸ ਤਰ੍ਹਾਂ ਪਹਿਲੇ ਬੇਨਤੀ ਕੀਤੀ ਹੈ ਕਿ ਗੁਰਦੁਆਰੇ ਲਈ ਭਾਵਨਾ, ਸੀਸ ਦੇ ਵੀ ਸਕਦਾ, ਸੀਸ ਧਾਰ ਵੀ ਸਕਦਾ। ਔਰ ਮੋਰਚੇ ਬੜੇ ਲੱਗੇ। ਤੁਸੀਂ ਸਿੱਖ ਇਤਿਹਾਸ ਦੇ ਅੰਦਰ ਪੜ੍ਹੋ ਨਾ, 1857 ਤੋਂ ਹੀ ਗੱਲ ਸ਼ੁਰੂ ਹੁੰਦੀ ਹੈ, ਜਦੋਂ ਅਸੀਂ ਗਦਰ ਲਹਿਰ ਦੀ ਗੱਲ ਪੜ੍ਹਦੇ, ਪਰ ਅਸੀਂ ਫੋਕਸ ਆਪਣਾ ਨਨਕਾਣਾ ਸਾਹਿਬ ਤੇ ਰੱਖਣਾ। ਉਹਨਾਂ ਦਿਨਾਂ ਵਿੱਚ ਜਿਹੜਾ ਪਹਿਲਾ ਮੋਰਚਾ ਲੱਗਿਆ ਦਿੱਲੀ ਦੀ ਧਰਤੀ ਤੇ ਲੱਗਿਆ, ਤੁਹਾਨੂੰ ਪਤਾ ਹੋਊਗਾ, ਗੁਰਦੁਆਰਾ ਰਕਾਬਗੰਜ ਸਾਹਿਬ ਨਾਲ ਪਾਰਲੀਮੈਂਟ ਹਾਊਸ, ਰਕਾਬਗੰਜ ਸਾਹਿਬ ਦੀ ਦੀਵਾਰ ਤੋੜੀ ਗਈ। ਇੱਥੇ ਮੋਰਚਾ ਲੱਗਿਆ ਸੀ ਪਹਿਲਾਂ। ਉਹ ਗੱਲ ਵੱਖਰੀ, ਇਸ ਮੋਰਚੇ ਵਿੱਚ ਸ਼ਹਾਦਤ ਨਹੀਂ ਹੋਈ ਤੇ ਸਿੱਖਾਂ ਨੇ ਮੋਰਚਾ ਬੜੀ ਛੇਤੀ ਸਰ ਕਰ ਲਿਆ। ਉਸ ਤੋਂ ਬਾਅਦ ਤੁਸੀਂ ਦੇਖੋ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ। ਸਿਆਲਕੋਟ ਜਿਹੜਾ ਅੱਜ ਪਾਕਿਸਤਾਨ ਵਿੱਚ ਹੈ, ਉੱਥੇ ਮੋਰਚਾ ਲੱਗਿਆ। ਗੰਗਸਰ ਜੈਤੋ ਦਾ ਮੋਰਚਾ ਲੱਗਿਆ। ਜਦੋਂ ਕੋਟਕਪੂਰੇ ਤੋਂ ਬਠਿੰਡੇ ਵੱਲ ਜਾਂਦੇ ਜੈਤੋ, ਉੱਥੇ ਮੋਰਚਾ ਲੱਗਿਆ। ਤਰਨ ਤਾਰਨ ਸਾਹਿਬ ਦੀ ਧਰਤੀ ਤੇ ਮੋਰਚਾ ਲੱਗਿਆ। ਤੇ ਮੈਂ ਆਪ ਜੀ ਦੀ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਜਿਹੜਾ ਇਤਿਹਾਸ ਅਸੀਂ ਵਾਚਣ ਲੱਗੇ ਨਾ, ਜਿਹੜਾ ਇਸ ਸ਼ਹਾਦਤ ਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਦੇ ਗਿਆ ਭਾਈ ਲਛਮਣ ਸਿੰਘ ਧਾਰੋਵਾਲੀ, ਜਿਹਨੂੰ ਜੰਡ ਨਾਲ ਪੁੱਠਾ ਲਟਕਾ ਕੇ ਸਾੜਿਆ ਗਿਆ। ਜਦੋਂ ਕਹਿੰਦੇ ਤਰਨ ਤਾਰਨ ਸਾਹਿਬ ਦਾ ਮੋਰਚਾ ਲੱਗਿਆ ਸੀ ਨਾ, ਤਰਨ ਤਾਰਨ ਸਾਹਿਬ ਦਾ ਮੋਰਚਾ, ਉਸ ਮੋਰਚੇ ਦੇ ਵਿੱਚ 2 ਸ਼ਹਾਦਤਾਂ ਹੋਈਆਂ। ਧਿਆਨ ਦੇਣਾ, ਥੋੜਾ ਜਿਹਾ ਧਿਆਨ ਨਾਲ ਗੱਲ ਨੂੰ ਸਮਝਣਾ, ਲੜੀ ਨੂੰ ਸਮਝ ਕੇ ਚੱਲਣਾ। ਤਰਨ ਤਾਰਨ ਸਾਹਿਬ ਦੇ ਮੋਰਚੇ ਦੇ ਵਿੱਚ 2 ਸ਼ਹਾਦਤਾਂ ਹੋਈਆਂ। ਇੱਕ ਭਾਈ ਹੁਕਮ ਸਿੰਘ ਦੀ, ਇੱਕ ਭਾਈ ਹਜ਼ਾਰਾ ਸਿੰਘ ਦੀ। ਤੇ 2 ਸ਼ਹਾਦਤਾਂ ਤੋਂ ਬਾਅਦ 2 ਸ਼ਹਾਦਤਾਂ ਤੋਂ ਬਾਅਦ ਤਰਨ ਤਾਰਨ ਸਾਹਿਬ ਦਾ ਪ੍ਰਬੰਧ ਸਾਡੇ ਹੱਥਾਂ ਵਿੱਚ ਆ ਗਿਆ। ਤੇ ਉਹ ਜਿਹੜੀਆਂ ਸ਼ਹਾਦਤਾਂ ਨੇ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਨਿਗਾਹ ਦੇ ਸਾਹਮਣੇ ਹੋਈਆਂ। ਤੇ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਉਸੇ ਸਮੇਂ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਖੜ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ, ਸੱਚੇ ਪਾਤਸ਼ਾਹ, ਮੈਂ ਅੱਜ ਵੀ ਇਸ ਮੋਰਚੇ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਆਇਆ ਸੀ। ਦੇਖੋ ਅਸੀਂ ਗੱਲਾਂ ਕਰਦੇ ਆਂ, ਉਹਦੀ ਖਾਣ ਪੀਣ ਦੀ ਗੱਲ ਚੱਲੇ ਨਾ, ਅਸੀਂ ਕਹਿੰਦੇ ਮੈਨੂੰ ਇਹ ਖਾਣ ਦਾ ਬੜਾ ਸ਼ੌਂਕ ਹੈ, ਮੈਨੂੰ ਇਸ ਚੀਜ਼ ਦਾ ਬੜਾ ਸ਼ੌਂਕ ਹੈ, ਮੈਨੂੰ ਇਹ ਪਹਿਨਣ ਦਾ ਸ਼ੌਂਕ ਹੈ, ਮੈਨੂੰ ਇਸ ਚੀਜ਼ ਦਾ ਬੜਾ ਚਾਅ ਹੈ। ਪਰ ਜਿਹੜੇ ਗੁਰੂ ਕੇ ਪਿਆਰੇ ਨੇ ਉਹਨਾਂ ਨੂੰ ਕੈਸਾ ਚਾਅ, मोहे मरने का चाओ, मरो तो हर के द्वार। महाराज ने बाणी विच गल लिखी है, महाराज कहते लोकी हक्कां पिछे लड़दे ने, इस चीज ते मेरा हक है, ए मेरा हक है, मेरा हक है। पर जिहड़े शहीद ने ਉਹਨਾਂ ਦਾ ਹੱਕ ਕੀ ਹੈ? ਮਾਲਕ ਦਾ ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਰਵਾਨ। ਭਾਈ ਲਛਮਣ ਸਿੰਘ ਧਾਰੋਵਾਲੀ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ, ਮੈਂ ਤਾਂ ਅੱਜ ਵੀ ਇਸ ਮੋਰਚੇ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਆਇਆ ਸੀ, ਪਰ ਸਤਿਗੁਰੂ ਤੂੰ ਸੇਵਾ ਨਹੀਂ ਬਖਸ਼ੀ ਸ਼ਹਾਦਤ ਦੀ। ਮੇਰੀਆਂ ਅੱਖਾਂ ਦੇ ਸਾਹਮਣੇ 2 ਵੀਰ ਹੁਕਮ ਸਿੰਘ, ਹਜ਼ਾਰਾ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਨੇ, ਪਰ ਸਾਨੂੰ ਤਰਨ ਤਾਰਨ ਸਾਹਿਬ ਦੀ ਸੇਵਾ ਸੰਭਾਲ ਦੇ ਗਏ ਨੇ।
ਮਹਾਰਾਜ ਹੁਣ ਮਨ ਦੀ ਭਾਵਨਾ ਹੈ ਕਿ ਤੇਰਾ ਪਾਵਨ ਅਸਥਾਨ ਨਨਕਾਣਾ ਸਾਹਿਬ। ਇੱਕ ਛੋਟੀ ਜਿਹੀ ਗੱਲ ਹੋਰ ਸਮਝੋ, ਨਨਕਾਣਾ ਸਾਹਿਬ ਪਹਿਲਾ ਸ਼ਬਦ ਸੀ ਰਾਏ ਭੋਏ ਦੀ ਤਲਵੰਡੀ, ਬਾਅਦ ਵਿੱਚ ਨਨਕਾਇਨ ਬਣਿਆ, ਨਾਨਕ ਦਾ ਆਇਨ, ਨਾਨਕ ਦਾ ਘਰ, ਸ਼ੋਰਟ ਫਾਰਮ ਨਨਕਾਣਾ ਕਹਿ ਦਿੰਦੇ। ਨਾਨਕ ਆਇਨ, ਆਇਨ ਘਰ ਨੂੰ ਕਹਿੰਦੇ, ਨਾਨਕ ਦਾ ਘਰ। ਸ਼ਹਿਰ ਦਾ ਨਾਮ ਨਨਕਾਣਾ ਸਾਹਿਬ ਹੈ। ਉਹ ਗੁਰੂ ਘਰ ਜਿੱਥੇ ਮਹਾਰਾਜ ਨੇ ਅਵਤਾਰ ਧਾਰਨ, ਉਹਨੂੰ ਜਨਮ ਅਸਥਾਨ ਕਹਿੰਦੇ ਆ। ਖਾਲੀ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਨਹੀਂ, ਸਿੱਖੀ ਦਾ ਵੀ ਜਨਮ ਅਸਥਾਨ ਹੈ। ਸਿੱਖੀ ਦੀ ਆਰੰਭਤਾ ਕਦੋਂ ਹੋਈ? ਜਦੋਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ। ਗੁਰੂ ਨਾਨਕ ਸਾਹਿਬ ਦਾ ਅਵਤਾਰ ਕਿੱਥੇ ਹੋਇਆ? ਨਨਕਾਣਾ ਸਾਹਿਬ। ਤੋਂ ਨਨਕਾਣਾ ਸਾਹਿਬ ਜਨਮ ਅਸਥਾਨ ਜਿੰਦੇ ਲਈ ਸਾਕਾ ਵਾਪਰਿਆ, ਉਹ ਖਾਲੀ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਨਹੀਂ, ਉਹ ਸਿੱਖੀ ਦਾ ਵੀ ਜਨਮ ਅਸਥਾਨ ਹੈ। ਸਿੱਖੀ ਦੇ ਜਨਮ ਅਸਥਾਨ ਲਈ ਵੀ ਸ਼ਹਾਦਤਾਂ ਹੋਈਆਂ। ਭਾਈ ਲਛਮਣ ਸਿੰਘ ਢਾਰੋਵਾਲੀ ਨੇ ਪਹਿਲੀ ਅਰਦਾਸ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਕੀਤੀ। ਅਖੀਰ ਗੁਰੂ ਪਿਆਰੀ ਸਾਧ ਸੰਗਤ ਜਦੋਂ ਮਹੰਤਾਂ ਦੇ ਤਸ਼ੱਦਦ ਵੱਧ ਗਏ, ਨਿਤਾ ਪ੍ਰਤੀ ਜਿਹੜੀਆਂ ਧੀਆਂ ਭੈਣਾਂ ਉਸ ਪਾਵਨ ਅਸਥਾਨ ਤੇ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੀਆਂ ਸਨ, ਉਹਨਾਂ ਦੀ ਇੱਜ਼ਤਾਂ ਲੁੱਟਣੀਆਂ ਸ਼ੁਰੂ ਕੀਤੀਆਂ। ਸ਼ਰਾਬਾਂ, ਮੀਟ ਰਿੰਨੇ, ਅਖੀਰ ਮੀਟਿੰਗਾਂ ਸ਼ੁਰੂ ਹੋਈਆਂ। ਮੁਕਤੀ ਗੱਲ ਕਰਾਂ, ਟੁਕ ਮਤ ਸਾਰੀਆਂ ਬੇਨਤੀਆਂ ਕਰਨੀਆਂ। ਇਹ ਹੁਣ ਗੱਲ ਫਾਈਨਲ ਹੋ ਗਈ ਕਿ ਪਹਿਲਾ ਜੱਥਾ 21 ਫਰਵਰੀ 1921 ਨੂੰ ਸ਼ਾਂਤਮਈ ਢੰਗ ਨਾਲ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਨਨਕਾਣਾ ਸਾਹਿਬ ਦੀ ਧਰਤੀ ਤੇ ਜਾਏ। ਕਿਸੇ ਦੇ ਕੋਲ ਕੋਈ ਮਾਰੂ ਹਥਿਆਰ ਨਹੀਂ ਹੋਏ, ਕੋਈ ਮਾਰੂ ਹਥਿਆਰ ਨਹੀਂ। ਹਾਂ, ਪੰਜ ਕਕਾਰ ਦਾ ਸਿੱਖ ਧਾਰਨ ਕਰਦਾ, ਉਹ ਤਾਂ ਗੁਰੂ ਦਾ ਹੁਕਮ ਹੈ। ਉਂਝ ਕੋਈ ਮਾਰੂ ਹਥਿਆਰ ਲੈ ਕੇ ਨਹੀਂ ਜਾਏ। ਹੁਣ ਇੱਕ ਮੈਂ ਗੱਲ ਇੱਥੇ ਰੁਕ ਕੇ ਕਰਨੀ ਚਾਹੁੰਦਾ, ਜਿਹਨੂੰ ਬਹੁਤ ਘੱਟ ਵਿਦਵਾਨਾਂ ਨੇ ਕੋਟ ਕੀਤਾ। ਜਿਹੜੇ ਲੋਕ ਅੱਜ ਸਵਾਲ ਕਰਦੇ ਨੇ ਨਾ ਵੀ ਗੁਰੂ ਗ੍ਰੰਥ ਸਾਹਿਬ ਕਿਹੜਾ ਬੋਲਦੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਤੂੰ ਮਨ ਦੀ ਭਾਵਨਾ ਬਣਾ ਕੇ ਅਰਦਾਸ ਕਰ, ਗੁਰੂ ਗ੍ਰੰਥ ਸਾਹਿਬ ਬੋਲਦੇ ਨੇ। ਇਹ ਤਾਂ 100 ਸਾਲ ਪਹਿਲੀ ਗੱਲ ਕਰਨ ਲੱਗਾ ਨਾ ਤੁਹਾਡੇ ਨਾਲ ਸਾਕਾ ਨਨਕਾਣਾ ਸਾਹਿਬ ਦੀ ਕਰਾਂਗਾ, ਮਹਾਰਾਜ ਨੇ ਕੀ ਵਾਕ ਬਖਸ਼ਿਆ। ਸੋ ਪਹਿਲੀ ਤਾਜੀ ਗੱਲ ਮੈਂ ਤੁਹਾਡੇ ਸਾਹਮਣੇ ਕਰਦਾ। 84 ਤਾਂ ਤੁਸੀਂ ਮੈਂ ਸਾਰੇ ਨੇ ਆਪਣੀ ਅੱਖਾਂ ਨਾਲ ਵੇਖੀ। ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਨਾ 1984 ਦਾ ਜੂਨ ਮਹੀਨੇ ਵਿੱਚ, ਤੇ ਬੜੇ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਉਹਨਾਂ ਪ੍ਰਕਾਸ਼ ਨਹੀਂ ਹੋਇਆ। ਸਰੋਵਰ ਪੂਰ ਦਿੱਤਾ ਸੀ ਉਹਨਾਂ। ਕੁਝ ਦਿਨ ਬਤੀਤ ਹੋਣ ਤੋਂ ਬਾਅਦ ਜਦੋਂ ਸਰੋਵਰ ਦੀ ਸੇਵਾ ਹੋ ਗਈ, ਹਰਮੰਦਰ ਸਾਹਿਬ ਅੰਦਰ ਸਾਰਾ ਸੇਵਾ ਹੋਈ, ਤੇ ਪਹਿਲਾ ਪ੍ਰਕਾਸ਼ ਫਿਰ ਹੋਣਾ ਸੀ ਨਾ ਸਾਕੇ ਤੋਂ ਬਾਅਦ, ਆਪਰੇਸ਼ਨ ਬਲੂ ਸਟਾਰ ਤੋਂ ਬਾਅਦ। ਤੇ ਬੜੀ ਸੰਗਤ ਇਕੱਤਰ ਹੋਈ, ਸਭ ਦੀਆਂ ਅੱਖਾਂ ਵਿੱਚ ਬੈਰਾਗ ਹੈ, ਕਿਉਂਕਿ ਹਰਮੰਦਰ ਸਿੱਖ ਦੀ ਜਿੰਦ ਜਾਨ ਹੈ। ਡਾਕਟਰ ਭਾਈ ਪੂਰਨ ਸਿੰਘ ਨੇ ਲਿਖਿਆ, ਭਾਈ ਸਾਹਿਬ ਭਾਈ ਪੂਰਨ ਸਿੰਘ ਜੀ ਕਹਿੰਦੇ ਹਰਮੰਦਰ ਤਾਂ ਸਿੱਖ ਦਾ ਹਿਰਦਾ ਹੈ, ਹਿਰਦਾ। ਕਿੱਥੋਂ ਵੀ ਆ ਕੇ ਹਰਮੰਦਰ ਨੂੰ ਜਦੋਂ ਗੋਲੀ ਵੱਜਦੀ ਹੈ, ਸਿੱਖ ਦੇ ਹਿਰਦੇ ਨੂੰ ਵੱਜਦੀ ਹੈ। ਸਿੱਖ ਸੰਗਤਾਂ ਬੜੀਆਂ ਬੇਬਲ ਸਨ, ਅੱਖਾਂ ਵਿੱਚ ਬੈਰਾਗ ਸੀ, ਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਅਰਦਾਸ ਕੀਤੀ, ਸਤਿਗੁਰੂ ਜੋ ਇਹ ਸਾਕਾ ਵਾਪਰਿਆ ਹੈ, ਆਪਰੇਸ਼ਨ ਬਲੂ ਸਟਾਰ ਹੋਇਆ ਹੈ, ਮਹਾਰਾਜ ਅੱਜ ਬੜੇ ਦਿਨਾਂ ਬਾਅਦ ਤੁਹਾਡਾ ਪ੍ਰਕਾਸ਼ ਕਰਨ ਲੱਗਿਆ, ਤੇ ਆਪ ਜੀ ਹਾਜ਼ਰ ਨਾਜ਼ਰ ਹੋ ਬੋਲਦੇ, ਅੱਜ ਹੁਕਮ ਦੇ ਰਾਹੀਂ ਸਾਨੂੰ ਦੱਸੋ ਕੀ ਹੋਇਆ ਤੇ ਕੀ ਹੋਏਗਾ। ਗੁਰੂ ਪਿਆਰੀ ਸਾਧ ਸੰਗਤ ਜਦੋਂ ਫਿਰ ਪਹਿਲਾ ਪ੍ਰਕਾਸ਼ ਹੋਇਆ ਨਾ ਸਾਕੇ ਤੋਂ ਬਾਅਦ, ਪਤਾ ਮਹਾਰਾਜ ਨੇ ਕੀ ਹੁਕਮ ਆਇਆ? ਸਤਿਗੁਰ ਕਹਿੰਦੇ ਕਿਸ ਹੋ ਜਾਚੀ ਕਿਸ ਆਰਾਧੀ, ਜਾ ਸਭ ਕਿਛ ਕੀਤਾ ਹੋਸੀ।
ਤੇ ਨਾਲ ਮਹਾਰਾਜ ਕਹਿੰਦੇ ਜੋ ਜੋ ਦੀਸੈ ਵੱਡਾ ਵਡੇਰੂ ਸੋ ਸੋ ਖਾਕੂ ਰਲਸੀ। ਮਹਾਰਾਜ ਨੇ ਉਸੇ ਦਿਨ ਕਹਿ ਦਿੱਤਾ ਕਿ ਜਿਨਨੇ ਇਸ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਇਆ ਨਾ ਉਹਨੇ ਖਾਕ ਹੋ ਜਾਣਾ। ਕੋਈ ਜ਼ਿਆਦਾ ਦਿਨ ਬਾਅਦ ਕੁਝ ਮਹੀਨੇ ਬੀਤੇ। ਇਸੇ ਦਿੱਲੀ ਦੀ ਧਰਤੀ ਤੇ 31 ਅਕਤੂਬਰ ਨੂੰ 31 ਅਕਤੂਬਰ 1984 ਸਿੱਖ ਕੌਮ ਦੇ ਹੀਰਿਆਂ ਨੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਰ ਸਿੰਘ ਨੇ ਜਦੋਂ ਭਾਣਾ ਵਰਤਾਇਆ। 31 ਅਕਤੂਬਰ ਰਾਤ ਦੀ ਗੱਲ ਹੈ। 1 ਨਵੰਬਰ 1984 ਜਦੋਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ, ਮਹਾਰਾਜ ਨੇ ਪਤਾ ਕੀ ਵਾਕ ਬਖਸ਼ਿਆ। ਮਹਾਰਾਜ ਕਹਿੰਦੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੋਂ ਰੱਖਦਾ ਆਇਆ। ਪਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਕਿਹੜਾ ਕਹਿੰਦਾ ਗੁਰੂ ਨਹੀਂ ਬੋਲਦਾ, ਤੂੰ ਭਾਵਨਾ ਬਣਾ ਕੇ ਅਰਦਾਸ ਕਰ। ਹੁਣ 21 ਫਰਵਰੀ 1921 ਅੰਮ੍ਰਿਤ ਵੇਲੇ ਭਾਈ ਲਛਮਣ ਸਿੰਘ ਢਾਰੋਵਾਲੀ ਨੇ ਆਪਣਾ ਜੱਥਾ ਲੈ ਕੇ ਨਨਕਾਣਾ ਸਾਹਿਬ ਮਹੰਤਾਂ ਤੋਂ ਛਡਾਣ ਲਈ ਜਾਣਾ ਹੈ। ਤੇ ਕਹਿੰਦੇ 20 ਫਰਵਰੀ 1921 ਸ਼ਾਮ ਪੈ ਗਈ। ਲਛਮਣ ਸਿੰਘ ਢਾਰੋਵਾਲੀ ਦੀ ਘਰਵਾਲੀ ਦਾ ਨਾਮ ਹੈ ਇੰਦਰ ਕੌਰ। ਇੰਦਰ ਕੌਰ ਤਾਬਿਆ ਚਵਰ ਕਰਦੀ ਪਈ। ਭਾਈ ਲਛਮਣ ਸਿੰਘ ਢਾਰੋਵਾਲੀ ਨੇ ਪਹਿਲੇ ਸੋਦਰ ਦਾ ਪਾਠ ਕੀਤਾ। ਸੋਦਰ ਦੇ ਪਾਠ ਤੋਂ ਬਾਅਦ ਜਦੋਂ ਅਰਦਾਸ ਕੀਤੀ, ਸੋਦਰ ਦੇ ਪਾਠ ਦੀ ਭੁੱਲ ਚੁੱਕ ਦੀ ਮਾਫੀ ਮੰਗੀ ਤੇ ਨਾਲ ਕਿਹਾ, ਹੇ ਗੁਰੂ ਨਾਨਕ ਦੇਵ ਮਹਾਰਾਜ, ਆਪ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਜਿੰਦੇ ਤੇ ਮਹੰਤਾਂ ਨੇ ਕਬਜ਼ਾ ਕੀਤਾ ਹੈ। ਕੱਲ ਅਸੀਂ ਉਹ ਛਡਾਣ ਲਈ ਜਾਣਾ ਤੇ ਆਪ ਜੀ ਪਾਵਨ ਹੁਕਮ ਬਖਸ਼ੋ। ਅਰਦਾਸ ਕਰਕੇ ਮਹਾਰਾਜ ਦੇ ਤਾਬਿਆਂ ਆ ਗਏ। ਕਹਿੰਦੇ ਜਦੋਂ ਵਾਕ ਲਿਆ, ਹੁਕਮ ਲਿਆ, ਪਤਾ ਕੀ ਵਾਕ ਆਇਆ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਾਵਨ ਵਾਕ ਆਇਆ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ, ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਤਾ। ਪੂਰਾ ਸ਼ਬਦ ਪੜਿਆ ਤੇ ਨਾਲ ਹੀ ਮਹਾਰਾਜ ਨੇ ਕਹਿ ਦਿੱਤਾ ਵੀ ਤਨ ਮਨ ਕਾਟ, ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਏ। ਸਾਰਾ ਹੁਕਮ ਪੜਿਆ। ਲਛਮਣ ਸਿੰਘ ਨੇ ਫਤਿਹ ਬੁਲਾਈ ਤੇ ਘਰ ਵਾਲੀ ਇੰਦਰ ਕੌਰ ਕਹਿਣ ਲੱਗੀ, ਸਤਿਗੁਰੂ ਕੀ ਕਹਿੰਦੇ ਪਏ? ਕੀ ਕਹਿੰਦੇ ਪਏ? ਅੱਗੋਂ ਲਛਮਣ ਸਿੰਘ ਢਾਰੋਵਾਲੀ ਕਹਿਣ ਲੱਗਾ, ਸਤਿਗੁਰ ਨੇ ਹੁਕਮ ਬਖਸ਼ਿਆ ਕਿ ਨਨਕਾਣਾ ਸਾਹਿਬ ਛਡਾਣ ਚੱਲਿਓ। ਤਨ ਮਨ ਕਾਟ, ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਤੁਹਾਨੂੰ ਸ਼ਹਾਦਤਾਂ ਦੇਣੀਆਂ ਪੈਣਗੀਆਂ। ਇੰਦਰ ਕੌਰ ਅੱਗੋਂ ਕਹਿਣ ਲੱਗੀ, ਜੇ ਸਾਡੀਆਂ ਸ਼ਹਾਦਤਾਂ ਦਿੱਤੀਆਂ ਮਹਾਰਾਜ ਦਾ ਨਨਕਾਣਾ ਛੁੱਟ ਜਾਵੇ ਤੇ ਕੋਈ ਗੱਲ ਨਹੀਂ। ਭਾਈ ਲਛਮਣ ਸਿੰਘ ਕਹਿਣ ਲੱਗਾ, ਨਨਕਾਣਾ ਸਾਹਿਬ ਛੁੱਟਣਾ ਨਾ ਛੁੱਟਣਾ ਗੁਰੂ ਨਾਨਕ ਸਾਹਿਬ ਦੇ ਹੱਥ ਹੈ। ਅਸੀਂ ਤਾਂ ਹੁਣ ਇਹ ਮਾਰਗ ਚੁਣ ਲਿਆ, ਮਾਰਗ ਭਾਵੇਂ ਬਿਖਮ ਹੈ। ਤੁਸੀਂ ਰੋਜ਼ ਆਨੰਦ ਸਾਹਿਬ ਦਾ ਪਾਠ ਕਰਦੇ ਹੋ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਤੇ ਮਾਰਗ ਕੈਸੇ ਖਣਿਓ ਟਿੱਕੀ ਵਾਲੋ ਨਿੱਕੀ ਇਹ ਤਾਂ ਮਾਰਗ ਜਾਣੀ। ਔਰ ਖਾਲੀ ਇਹ ਗੁਰੂ ਅਮਰਦਾਸ ਜੀ ਨੇ ਨਹੀਂ ਕਿਹਾ। ਹੁਣ ਗੁਰੂ ਅਮਰਦਾਸ ਜੀ 16ਵੀਂ ਸਦੀ ਵਿੱਚ ਹੋਏ ਤੇ ਸਭ ਤੋਂ ਪੁਰਾਣੇ ਨੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਬਾਣੀ ਦਰਜ ਨੇ ਬਾਬਾ ਫਰੀਦ ਜੀ 12ਵੀਂ ਸਦੀ। ਤੁਸੀਂ ਇਹ ਲਾ ਕੇ ਚੱਲੋ ਵੀ ਜਦੋਂ ਗੁਰੂ ਨਾਨਕ ਸਾਹਿਬ ਪਾਕ ਪਟਨ ਗਏ ਨਾ, ਬਾਬਾ ਫਰੀਦ ਜੀ ਦੀ 11ਵੀਂ ਥਾਂ ਤੇ ਸ਼ੇਖ ਬ੍ਰਹਮ ਬੈਠੇ ਸੀ। ਸਭ ਤੋਂ ਪੁਰਾਣੇ ਨੇ ਬਾਬਾ ਫਰੀਦ। ਉਹਨਾਂ ਨੇ ਵੀ ਜਦੋਂ ਗੱਲ ਕੀਤੀ ਨਾ ਸਮਾਰਕ ਦੀ, ਕਹਿੰਦੇ ਵਾਟ ਹਮਾਰੀ ਖਰੀ ਉਡੀਨੀ, ਖਣਿਓ ਟਿੱਕੀ ਬਹੁਤ ਪਈਨੀ, ਇਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦ ਦਾ ਪੰਥ ਸਵਾਰ ਸਮੇਰਾ। ਖਾਲੀ ਇੱਕ ਸਦੀ ਨਹੀਂ, 12ਵੀਂ ਸਦੀ ਵਿੱਚ ਵੀ ਇਹ ਮਾਰਗ ਬੜਾ ਬਿਖਮ ਸੀ। 16ਵੀਂ ਸਦੀ ਵਿੱਚ ਗੁਰੂ ਅਮਰਦਾਸ ਵੀ ਕਹਿੰਦੇ ਮਾਰਗ ਬਿਖਮ ਹੈ, ਤੇ ਭਾਵੇਂ ਹੁਣ 20ਵੀਂ ਸਦੀ ਸੀ, ਮਾਰਗ ਬੜਾ ਬਿਖਮ। ਕਹਿੰਦੇ ਕੋਈ ਗੱਲ ਨਹੀਂ, ਸ਼ਹਾਦਤਾਂ ਦੇ ਕੇ ਜੇ ਗੁਰੂ ਨਾਨਕ ਸਾਹਿਬ ਦਾ ਨਨਕਾਣਾ ਸਾਹਿਬ ਛੁੱਟਦਾ ਅਸੀਂ ਛਡਾ।
ਰਾਤ ਸਾਰੀ ਪਤਾ ਨਹੀਂ ਕਿਸ ਤਰ੍ਹਾਂ ਬਤੀਤ ਹੋਈ। ਕਹਿੰਦੇ ਅਗਲੇ ਦਿਨ ਅੰਮ੍ਰਿਤ ਵੇਲੇ ਜਦੋਂ ਫਿਰ ਪ੍ਰਕਾਸ਼ ਕੀਤਾ ਨਿਤਨੇਮ ਤੋਂ ਪਹਿਲੇ, ਫਿਰ ਗੁਰੂ ਰਾਮਦਾਸ ਮਹਾਰਾਜ ਦਾ ਉਹੀ ਹੁਕਮ ਦੁਬਾਰਾ ਆ ਗਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਏ। ਕਹਿੰਦੇ ਗੁਰੂ ਰਾਮਦਾਸ ਨੇ ਮੋਹਰ ਲਾ ਦਿੱਤੀ ਹੈ, ਹੁਣ ਸ਼ਹਾਦਤ ਸਾਡੀ ਪੱਕੀ ਹੈ। ਦੂਜੇ ਪਾਸੇ ਗੁਰੂ ਪਿਆਰੀ ਸਾਧ ਸੰਗਤ, ਇੱਕ ਮੈਂ ਜ਼ਿਕਰ ਜ਼ਰੂਰ ਕਰਾਂਗਾ। ਇੱਕ ਜਰਗ ਪਿੰਡ ਹੈ, ਜਰਗ ਦੇ ਰਹਿਣ ਵਾਲੇ ਸਨ ਸਰਦਾਰ ਕੇਹਰ ਸਿੰਘ। ਕੇਹਰ ਸਿੰਘ ਦਾ ਜਿਹੜਾ ਬੇਟਾ ਸੀ ਨਾ, ਉਹ ਅਜੇ 2 ਸਾਲਾਂ ਦਾ ਸੀ, ਜਿੰਦਾ ਨਾਮ ਦਰਬਾਰਾ ਸਿੰਘ ਕਰਕੇ ਲਿਖਿਆ। ਜਰਗ ਦਾ ਰਹਿਣ ਵਾਲਾ ਸੀ ਕੇਹਰ ਸਿੰਘ। ਕੇਹਰ ਸਿੰਘ ਦਾ ਪੁੱਤਰ ਸੀ ਦਰਬਾਰਾ ਸਿੰਘ, ਅਜੇ 2 ਸਾਲ ਦੀ ਉਮਰ ਸੀ। ਉਹਦੀ ਮਾਂ ਅਕਾਲ ਚਲਾਣਾ ਕਰ ਗਈ। ਮਾਂ ਅਕਾਲ ਚਲਾਣਾ ਕਰ ਗਈ। ਉਹਦੀ ਦਾਦੀ ਨੇ, ਭਾਵ ਕੇਹਰ ਸਿੰਘ ਦੀ ਮਾਂ ਨੇ, ਦਰਬਾਰਾ ਸਿੰਘ ਨੂੰ ਪਾਲਿਆ। ਮਾਤਾ ਗੁਜਰੀ ਵਾਲੀ ਡਿਊਟੀਆਂ ਨਿਭਾਈਆਂ, ਬਾਣੀ ਦੀ ਗੁੜਤੀ ਦਿੱਤੀ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਿਆਂ, ਕੱਲ ਵੀ ਮੈਂ ਇੱਕ ਬੇਨਤੀ ਕਰ ਰਿਹਾ ਸੀ, ਕਿਸੇ ਗੱਲ ਚੱਲ ਪਈ ਅੱਜ ਦੇ ਮੌਜੂਦਾ ਬੱਚਿਆਂ ਦੀ। ਕਹਿੰਦੇ ਵੀ ਅੱਜ ਦੇ ਜਿਹੜੇ ਸਾਡੇ ਬੱਚੇ ਨੇ, ਉਹਨਾਂ ਵਿੱਚ ਵੱਡਿਆਂ ਵਾਲੇ ਸੰਸਕਾਰਾਂ ਵਾਲੀ ਕੋਈ ਗੱਲ ਨਹੀਂ ਦੱਸੀ। ਤੇ ਮੈਂ ਇੱਕ ਬੇਨਤੀ ਕੀਤੀ, ਮੈਂ ਕਿਸੇ ਫਾਰਸੀ ਦੇ ਵਿਦਵਾਨ ਨੇ ਇੱਕ ਗੱਲ ਲਿਖੀ ਹੈ। ਉਹ ਵਿਦਵਾਨ ਕਹਿੰਦੇ ਤਿਫਿਲ ਸੇ ਕਹਾਂ ਭੂ ਆਏ ਮਾਂ ਬਾਪ ਕੇ ਕਿਰਦਾਰ ਕੀ। ਤਿਫਿਲ ਫਾਰਸੀ ਵਿੱਚ ਬੱਚੇ ਨੂੰ ਕਹਿੰਦੇ ਨੇ। ਤਿਫਿਲ ਛੋਟਾ ਬੱਚਾ, ਭੂ ਦਾ ਮਤਲਬ ਖੁਸ਼ਬੂ, ਗੁੱਡ ਸੈਂਸ ਵਿੱਚ ਲਵਾਂ। ਕਹਿੰਦੇ ਅੱਜ ਦੇ ਬੱਚੇ ਵਿੱਚ ਮਾਂ ਪਿਓ ਦੇ ਕਿਰਦਾਰ ਦੀ ਖੁਸ਼ਬੂ ਕਿਉਂ ਨਹੀਂ ਆਉਂਦੀ, ਕੀ ਕਾਰਨ? तिफिल से कहाँ बुआए माँ बाप के किरदार की, कहते दूध है डिब्बे का तालीम है सरकार की। आज कहते माँ अपना दूध पिला के भी राजी नहीं, ये तो संस्कार मिलने। फिर तालीम है सरकार की। साडे बच्चे उन्हां स्कूलों विच पढ़दे ने जिथे गुरमत दा कोई माहौल नहीं, जिथे ईसाईयत दा अज प्रभाव। तो खैर मां दी एक बड़ी बड़ी ड्यूटी ताही श्री गुरु ग्रंथ साहिब जी दे अंदर जदों महाराज ने असीस दवाई मां तो दवाई है, पूता माता की असीस। जदों धन किया मां नूं कह तिन धन जनेंदी माओ आए सफल से। जदों गुरु रामदास पिता ने ताड़ना की और मां नूं कीती, कहंदे जिन हर हिरदे नाम ना बसियो तिन मात कीचे हरबाज। थोड़े दिन पहले ना मैं स्कॉलर नूं पढ़ रहा सी, उन्हें बड़ी प्यारी गल लिखी, कहते मैं ना अपने ड्राइंग रूम दे विच 2 फोटोआं लाईआं, एक अपनी मां दी एक ड्राइवर दी। मैनूं सवाल किया किसी ने भी मां दी फोटो तो समझ आई, ड्राइवर दी क्यों? कहते जे मां गलत है तो बच्चे की जिंदगी खतरे विच है, जे ड्राइवर गलत है तो सवारी की जिंदगी खतरे विच। मां दी बड़ी बड़ी हुण केर सिंह दी घर वाली चलाना कर गई। केर सिंह दी मां ने अपने पोतरे दरबारा सिंह नूं ऐसियां गुरतियां दित्तियां, कहंदे जदों साका वापरन लगा ना उदों 11 साल दी उम्र हो गई दरबारा सिंह दी। सवेरे केर सिंह तैयार होया ते दरबारा सिंह भी तैयार हो गया। कहंदे पिता जी मैं तुहाडे नाल जाना। कहंदे बेटा तैनूं पता होवे उत्थे तां भाणा वरतना है, शहादतां देणियां पैणियां ने, तेरी उम्र बड़ी छोटी। कहने लगे पिता जी जो मैं खंडे बाटे की पौल छकी सी, 5 प्यारे ने एक गल कही सी भी अज तो गुरु गोबिंद सिंह तुहाडे पिता ने ते माता साहिब देवा तुहाडी मां है, मैं कलगीधर दा पुत्तर हां। तुसी कहंदे हो कि तेरी उम्र घट है, मेरी उम्र तां फिर भी 11 साल है। ते मेरे वीर ही सन ना बाबा जोरावर सिंह, बाबा फतेह सिंह 7 साल ते 9 साल की उम्र में शहादत दे के मैनू शहादत देन जाना है। मोह मरने का चाओ है, मरो तो हर के दुआ। गुरु प्यारी साध संगत जत्था तुर पिया, सतनाम वाहिगुरू दा जाप करदियां ननकाना साहब दी पावन धरती ते पहुंच के तुहाडे विचों जिन्हां ने दर्शन कीते ने, असीं तां केवल इतिहास पढ़िया है, अजे तक सतगुर दा तरस नहीं होया, साडे ते सुभाग नहीं बनिया गाण दा।
ਉੱਥੇ ਨੇੜੇ ਨਾ ਇੱਕ ਰੇਲ ਲਾਈਨ ਹੈ। ਕਹਿੰਦੇ ਜਿਸ ਤਰ੍ਹਾਂ ਕਦੀ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਸੀ, ਅਸੀਂ ਗੁਰਦੁਆਰਾ ਲਕੀਰ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਆਖਿਆ ਸੀ ਵੀ ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਉਹ ਲਕੀਰ ਟੱਪ ਕੇ ਮੇਰੇ ਨਾਲ ਵਧੋ, ਜਿਨ੍ਹਾਂ ਨੂੰ ਮੌਤ ਤੋਂ ਡਰ ਹੈ ਉਹ ਰੁਕ ਜਾਓ। ਉਦੋਂ ਵੀ ਸਾਰਿਆਂ ਨੇ ਲਕੀਰ ਟੱਪ ਦਿੱਤੀ ਸੀ, ਕਿਉਂਕਿ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਨਾ, ਉਹਨੂੰ ਤਾਂ ਪਹਿਲਾ ਚੈਪਟਰ ਹੀ ਪੜਾਇਆ ਜਾਂਦਾ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੂੰ ਆਓ ਹਮਾਰੇ। ਗੁਰੂ ਨਾਨਕ ਦੇ ਘਰ ਦੀ ਕੰਡੀਸ਼ਨ ਪਹਿਲੀ ਕੀ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਕੀ ਹੈ ਸਿਰ ਦਰ ਤਲੀ ਗਲੀ ਮੇਰੀ ਆਓ, ਬਸ ਇਹ ਤਾਂ ਕੰਡੀਸ਼ਨ ਹੈ ਗੁਰੂ ਨਾਨਕ ਦੇ ਘਰ ਦੀ। जो आशिक हैं आजादी के वो जीना छोड़ देते हैं, खिलौना समझकर खुशी से जिस्म को फोड़ देते हैं, न तख्तो ताज न हूरों की हुस्रत, खुदा भी खुदाई दे तो मुंह मोड़ देते हैं, मुंह मोड़ देते हैं। हुण लकीर खिंची गई, भाई लक्ष्मण सिंह धारोवाली ने एक गल कही, कहते भी जिन्नू अपनी जान की परवाह नहीं, जेड़ा गुरु नानक दे इस पावन स्थान नाल प्यार करदा है वो तां लकीर टप के आ जाओ ते बाकी रुक जाओ। कहंदे 130 के 30 ਸਿੰਘਾਂ ने लकीर टप ली, कोई नहीं रुकिया। कहंदे जो टप के ना लकीर ते गल नूं बड़े ध्यान नाल सुनना, इन्हां दे नाल एक ने सरदार टहल सिंह जी, सरदार टहल सिंह जी कहण लगे ਅਸੀਂ ਹੁਣ ਸ਼ਹਾਦਤਾਂ ਦੇਣ ਚੱਲੇ ਆਂ, ਅਸੀਂ ਸ਼ਹੀਦ ਹੋਣਾ, ਪਰ ਸ਼ਹਾਦਤ ਦੇਣ ਤੋਂ ਪਹਿਲੇ ਤੁਸੀਂ ਜਿੰਨੇ ਸਾਡੇ ਨਾਲ ਆਏ ਨਾ ਜਿੱਥੇ ਵਿੱਚ, ਸਾਰੇ ਆਪਣੇ ਜੇਬਿਆਂ ਵਿੱਚ ਹੱਥ ਪਾਓ, ਜੋ ਤੁਹਾਡੇ ਜੇਬਿਆਂ ਵਿੱਚ ਮਾਇਆ ਇੱਕ ਥਾਂ ਤੇ ਇਕੱਠੀ ਕਰ ਦਿਓ। ਸਿੱਖ ਇਤਿਹਾਸ ਕਹਿੰਦਾ ਹੈ ਉਸ ਵੇਲੇ 18 ਰੁਪਏ ਤੇ 16 ਜਾਂ 6 ਆਨੇ 71 ਹੋਏ, 18 ਰੁਪਏ ਤੇ 6 ਆਨੇ 71 ਹੋਏ ਤੇ ਸਰਦਾਰ ਟਹਿਲ ਸਿੰਘ ਜੀ ਨੇ ਨਾ ਲక్ష్మణ ਸਿੰਘ ਧਾਰੋਵਾਲੀ ਦੀ ਘਰ ਵਾਲੀ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਭੈਣੇ ਇਹ ਫਰ 18 ਰੁਪਏ ਤੇ 6 ਆਨੇ ਤੇ ਤੈਨੂੰ ਬੇਨਤੀ ਕਰਦਾ ਕਿ ਹੁਣ ਤੂੰ ਇੱਥੋਂ ਵਾਪਸ ਪਰਤ ਜਾ। ਉਹ ਕਹਿੰਦੀ ਨਹੀਂ ਮੈਂ ਵੀ ਸ਼ਹਾਦਤ ਦਾ ਜਾਮ, ਕਹਿੰਦੇ ਨਹੀਂ ਤੈਨੂੰ ਅਸੀਂ ਬੇਨਤੀ ਕਰਨ ਲੱਗੇ ਆ, ਇੱਥੇ ਕੱਲ ਭਾਣਾ ਵਾਪਰਨਾ, ਅਸੀਂ ਸ਼ਹਾਦਤਾਂ ਦੇ ਜਾਮ ਪੀਣੇ ਨੇ, ਤੂੰ ਸਾਡੀ ਸ਼ਹਾਦਤਾਂ ਤੋਂ ਬਾਅਦ ਸਾਡੇ ਸੰਸਕਾਰ ਤੋਂ ਬਾਅਦ ਇਸ 18 ਰੁਪਏ 6 ਆਨੇ ਦੇ ਅਖੰਡ ਪਾਠ ਤੇ ਲੰਗਰ ਲਾਉਣਾ। कैसा चाह सब कुछ दिस मोह मरने का चाव है मरो हर के द्वार। जत्था श्री ननकाना साहब पहुंच गया। सब तो पहले सरोवर विच इशनान कीता। महंत नारायण दास जिन्हों नारायण महंत कहते हैं, उनके गुंडियां नूं सब कुछ पता सी, पूरी तैयारी कीती सी। तुसीं कई गुरु घरां विच वेखिया होना कि ऊपर एक गैलरी बनी हुई है। ननकाना साहब जिहड़ा जन्म स्थान है उसते भी इस तरह गैलरी बनी। असीं अज गैलरी शब्द वरतदे हां, वैसे लिखतां विच चौखंडी लिखिआ उस बारे, चौखंडी कहंदे उहदे विच गुंडियां ने पहले ही बंदूकां तानियां होईआं सी। बड़े मारू हथियार, तेल दे पीपे सब इकट्ठे कीते हुए। वो जत्था भाई लक्ष्मण सिंह धारोवाली ते सारे सिंह इशनान करके सतनाम वाहिगुरू दा जाप करदियां नमस्कार कीती। भाई लक्ष्मण सिंह धारोवाली महाराज दे ताबियां बैठ गए। संगत ने आशा की वार दा कीर्तन शुरू कीता। बस अजे कीर्तन शुरू होया, एकदम उत्तों दी गोली आई। पहली गोली लक्ष्मण सिंह धारोवाली दे उत्थों लंघ गई। कहते जो ही गोली लंघी ना ते लक्ष्मण सिंह धारोवाली देखो चौंकड़ी मार के बैठा सी, जिस तरह सिख महाराज ताबिया पैंदे आ। उन्हें एकदम अपना चौंकड़ा खोलिया, उच्चा उठिया ते कहते महाराज दे स्वरूप दे उत्ते लेट गए। अपने इस हाथ नाल अगला पावा फड़िया, इस हाथ नाल दूजा पावा फड़िया। क्यों कीता?
ਇਸ ਕਰਕੇ ਕੀਤਾ ਵੀ ਹੁਣ ਤੋਂ ਗੋਲੀਆਂ ਆਣੀਆਂ ਨੇ ਤੇ ਸਤਿਗੁਰ ਜਦ ਤੱਕ ਮੇਰਾ ਸਰੀਰ ਹੈ ਮੈਂ ਆਪਣੇ ਸਰੀਰ ਤੇ ਗੋਲੀਆਂ ਖਾਵਾਂਗਾ, ਤੇਰੇ ਸਰੂਪ ਤੇ ਗੋਲੀ ਨਹੀਂ ਲੱਗਣ ਦੇਣੀ। ਤੇ ਗੁਰੂ ਪਿਆਰੀ ਸਾਧ ਸੰਗਤ ਮੈਂ ਹੋਰ ਬੇਨਤੀ ਕਰਾਂ, ਜਦੋਂ ਸਾਰਾ ਸਾਕਾ ਪੜਦੇ ਆ ਅਖੀਰ ਜਦੋਂ ਭਾਈ ਲਛਮਣ ਸਿੰਘ ਧਾਰੋਵਾਲ ਇਸ ਤਰ੍ਹਾਂ ਲੇਟ ਗਿਆ, ਉੱਪਰੋਂ ਗੋਲੀਆਂ ਦੀ ਬੁਛਾਰ ਆਈ। ਇੱਕ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 462 ਅੰਕ ਤੋਂ ਕ੍ਰੋਸ ਕਰਦੀ ਹੋਈ 965 ਅੰਕ ਤੱਕ ਗਈ। ਇਸ ਦਾ ਵੀ ਵਿਦਵਾਨਾਂ ਨੇ ਕਾਰਨ ਲਿਖਿਆ ਹੈ, ਕਹਿੰਦੇ 462 ਅੰਕ ਤੋਂ ਆਸਾ ਕੀ ਵਾਰ ਸ਼ੁਰੂ ਹੁੰਦੀ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਵੀ ਸੰਗਤ ਨੇ ਆਸਾ ਕੀ ਵਾਰ ਸ਼ੁਰੂ ਕੀਤੀ ਤੇ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਾ ਮਹਾਰਾਜ ਦੇ ਸਰੂਪ ਵਿੱਚੋਂ ਆਸਾ ਕੀ ਵਾਰ ਪ੍ਰਕਾਸ਼ ਕਰ ਲਈ। ਇੱਕ ਗੋਲੀ ਲਛਮਣ ਸਿੰਘ ਧਾਰੋਵਾਲੀ ਨੂੰ ਕ੍ਰੋਸ ਕਰਕੇ 462 ਅੰਕ ਤੋਂ ਹੁੰਦੀ ਹੋਈ 965 ਅੰਕ ਤੱਕ ਗਈ ਪਾਵਨ ਸਰੂਪ ਦੇ ਵਿੱਚ। ਅਖੀਰ ਉਹਨਾਂ ਨੇ ਆਪਣੇ ਮਾਰੂ ਹਥਿਆਰਾਂ ਨਾਲ ਸਿੱਖਾਂ ਨੂੰ ਕਤਲੇਆਮ ਕਰਨਾ ਸ਼ੁਰੂ ਕੀਤਾ, ਤੇਲ ਪਾ ਕੇ ਸਾੜਨਾ ਸ਼ੁਰੂ ਕੀਤਾ। ਲਛਮਣ ਸਿੰਘ ਧਾਰੋਵਾਲੀ ਨੂੰ ਮਹਾਰਾਜ ਦੇ ਤਾਬਿਆਂ ਤੋਂ ਘਸੀਟ ਕੇ ਬਾਹਰ ਲੈ ਗਏ ਤੇ ਬਿਲਕੁਲ ਬਾਹਰ ਇੱਕ ਜੰਡ ਸੀ, ਜੰਡ ਦੇ ਨਾਲ ਪੁੱਠਾ ਟੰਗ ਕੇ ਸਾੜ ਦਿੱਤਾ। ਮੈਂ ਕਈ ਵਾਰ ਬੇਨਤੀ ਕਰਦਾ ਗੁਰੂ ਪਿਆਰੀ ਸਾਧ ਸੰਗਤ, ਅਸੀਂ ਇਹ ਵਿਰਸਾ ਦੱਸਿਆ ਨਹੀਂ ਆਪਣੀ ਸੰਗਤ ਨੂੰ, ਆਪਣੇ ਬੱਚਿਆਂ ਨੂੰ। ਅੱਜ ਸਾਡੇ ਬੱਚਿਆਂ ਨੂੰ ਮਿਰਜ਼ੇ ਦੀ ਜੰਡ ਦਾ ਪਤਾ ਹੈ, ਜਿੱਥੇ ਕੇਵਲ ਇੱਕ ਇਸ਼ਕ ਹਕੀਕੀ ਸੀ, ਵਾਹਿਗੁਰੂ ਇਸ਼ਕ ਮਜਾਜੀ ਸੀ। ਉਹ ਇਸ਼ਕ ਮਜਾਜੀ ਵਾਲੀ ਮਿਰਜ਼ੇ ਦੀ ਜੰਡ ਦਾ ਪਤਾ ਹੈ, ਪਰ ਜਿੱਥੇ ਵਾਕਈ ਇਸ਼ਕ ਹਕੀਕੀ ਹੋਈ ਕਿ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੀ, ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਪੁੱਠਾ ਲਟਕਾ ਕੇ ਜੰਡ ਨਾਲ ਸਾੜ ਦਿੱਤਾ। ਅਸੀਂ ਦੱਸ ਹੀ ਨਹੀਂ ਸਕਦੇ। ਚਾਈਨਾ ਦੀ ਦੀਵਾਰ ਬਾਰੇ ਸਾਡੇ ਬੱਚਿਆਂ ਨੂੰ ਪਤਾ ਹੈ, ਸਰਹੰਦ ਦੀ ਦੀਵਾਰ ਬਾਰੇ ਅਸੀਂ ਦੱਸ ਨਹੀਂ ਸਕਦੇ। ਇਹ ਸਾਡੀ ਬਦਕਿਸਮਤੀ ਹੈ। ਜਦੋਂ ਹੀ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਖਿੱਚਿਆ ਨਾ, ਭਾਈ ਟਹਿਲ ਸਿੰਘ ਜੀ ਦਰਵਾਜ਼ੇ ਤੇ ਪਹਿਰਾ ਦਿੰਦੇ ਪਏ ਸੀ, ਇੱਕਦਮ ਭੱਜ ਕੇ ਆਏ, ਮਹਾਰਾਜ ਦੇ ਤਾਬਿਆਂ ਲੈ ਗਏ, ਉਹਨਾਂ ਨੂੰ ਤਾਬਿਆਂ ਸ਼ਹੀਦ ਕੀਤਾ। ਜਿਹੜੀ ਅਸੀਂ ਦਰਬਾਰਾ ਸਿੰਘ ਦੀ ਗੱਲ ਕੀਤੀ ਹੈ, ਕੇਰ ਸਿੰਘ ਦਾ ਪੁੱਤਰ, ਉਹ ਕਹਿੰਦੇ ਉਹਨੂੰ ਕਿਸੇ ਨੇ ਅਲਮਾਰੀ ਵਿੱਚ ਬੰਦ ਕਰ ਦਿੱਤਾ। ਮਹਾਰਾਜ ਦੇ ਖੱਬੇ ਹੱਥ ਵੱਲ ਇੱਕ ਅੰਦਰ ਨੂੰ ਬਾਰੀ ਸੀ, ਇੱਕ ਅੰਦਰ ਨੂੰ ਅਲਮਾਰੀ ਸੀ। ਅਸੀਂ ਬਾਹਰ ਨੂੰ ਅਲਮਾਰੀ ਰੱਖਦੇ ਨਾ, ਇੱਕ ਦੀਵਾਰ ਦੇ ਵਿੱਚ ਅਲਮਾਰੀ ਬਣੀ ਸੀ, ਤੇ ਉਹਨੇ ਅੰਦਰੋਂ ਕਿਹਾ ਮੈਨੂੰ ਬਾਹਰ ਕੱਢੋ, ਬਾਹਰ ਕੱਢੋ, ਮੈਂ ਸ਼ਹਾਦਤ ਦਾ ਜਾਮ ਪੀਣਾ ਹੈ। ਮਹੰਤ ਦੇ ਗੁੰਡਿਆਂ ਨੇ ਸੁਣ ਲਿਆ, ਉਹਨੂੰ ਵੀ ਬਾਰੀ ਵਿੱਚੋਂ ਕੱਢ ਕੇ ਨਾ ਬਲਦੀ ਅੱਗ ਵਿੱਚ ਸੱਟ ਦਿੱਤਾ, ਕਿਉਂਕਿ ਬਾਹਰ ਕੁਮਿਆਰਿਆਂ ਦੀਆਂ ਪੱਠੀਆਂ ਲੱਗੀਆਂ ਸਨ, ਉਹਨਾਂ ਪੱਠੀਆਂ ਵਿੱਚ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਅਖੀਰ ਖਬਰ ਚਾਰੋਂ ਪਾਸੇ ਫੈਲ ਗਈ। ਹੁਣ ਗਾਲਬਨ 2200 ਸਿੰਘਾਂ ਦਾ ਜੱਥਾ ਕਰਤਾਰ ਸਿੰਘ ਚੱਬਰ ਦੀ ਰਹਿਨੁਮਾਈ ਹੇਠ ਤੁਰ ਪਿਆ। ਸਿੰਘੋ ਹੁਣ ਅਸੀਂ ਤਿਆਰ ਹੋ ਕੇ ਜਾਣਾ ਹੈ, ਕਿਉਂਕਿ ਮੈਂ ਪਹਿਲੇ ਵੀ ਇੱਕ ਗੱਲ ਕੀਤੀ ਹੈ, ਗੁਰਦੁਆਰਿਆਂ ਲਈ ਬਾਬਾ ਦੀਪ ਸਿੰਘ ਨੇ ਜੇ ਕਿਤੇ ਸੀਸ ਭੇਟ ਵੀ ਕੀਤੇ ਨਾ, ਜੇ ਸਮਾਂ ਬਣਿਆ ਤੇ ਮੱਸੇ ਰੰਗਰ ਦਾ ਸੀਸ ਉਤਾਰਿਆ ਵੀ ਹੈ। ਗੁਰੂ ਘਰ ਵਿੱਚ ਦੋਨੋਂ ਸ਼ਹਾਦਤਾਂ ਨੇ, ਸ਼ਾਂਤਮਈ ਸ਼ਹਾਦਤ ਵੀ ਹੈ, ਜੁਝਾਰੂ ਸ਼ਹਾਦਤ ਵੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤਮਈ ਸ਼ਹਾਦਤ ਦੇ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਸ਼ਾਂਤਮਈ ਸ਼ਹਾਦਤ ਦੇ ਗਏ। ਪਰ ਅੱਗੇ ਫਿਰ ਬਾਬਾ ਜਰਾਵਰ ਸਿੰਘ, ਵਾਹਿਗੁਰੂ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ ਨੇ ਜੁਝਾਰੂ ਸ਼ਹਾਦਤ ਦਿੱਤੀ। ਇੱਕ ਪਾਸੇ 40 ਸਿੰਘ ਸਨ, ਇੱਕ ਪਾਸੇ 10 ਲੱਖ ਮਲਕੀਆ, 1.25 ਲੱਖ से एक लड़ाऊं, कईयां दे आहू ला के शहादत, ਇਹ ਜੁਝਾਰੂ ਸ਼ਹਾਦਤ। ਕੇਸਰ ਸਿੰਘ ਕਰਤਾਰ ਸਿੰਘ ਚੱਬਰ ਨੇ ਕਿਹਾ ਵੀ ਹੁਣ ਸਿੱਖੋ ਤਿਆਰ ਪਰ ਤਿਆਰ ਹੋ ਕੇ ਜਾਣਾ। ਹੁਣ ਤੱਕ ਪਹਿਲੇ ਜੱਥੇ ਨੇ ਸ਼ਾਂਤਮਈ ਸ਼ਹਾਦਤ ਦੇ ਦਿੱਤੀ, ਨਹੀਂ ਹੁਣ ਜੇ ਲੋੜ ਪਈ ਤੇ ਅਸੀਂ ਵੀ ਜੰਗ ਲੜਾਂਗੇ।
ਉਸ ਵੇਲੇ ਨਨਕਾਣਾ ਸਾਹਿਬ ਦਾ ਜਿਹੜਾ ਡਿਪਟੀ ਸੀ ਮਿਸਟਰ ਕੋਈ ਉਹਦਾ ਨਾਮ ਕਰਕੇ ਲਿਖਿਆ, ਮਿਸਟਰ ਕਰੀ ਸ਼ਾਇਦ, ਆਈ ਥਿੰਕ, ਮੈਨੂੰ ਨਾਮ ਨਾ ਵਿਸਰਦਾ ਹੋਵੇ। ਉਹਨੇ ਆ ਕੇ ਇੱਕ ਗੱਲ ਕਹੀ, ਕਹਿੰਦੇ ਕੱਲ ਸ਼ਾਮ ਤੱਕ ਨਨਕਾਣਾ ਸਾਹਿਬ ਦੀ ਚਾਬੀਆਂ ਤੁਹਾਡੇ ਹੱਥ ਵਿੱਚ ਪਹੁੰਚ। ਉਹ ਕਹਿਣ ਲੱਗੇ ਕੱਲ ਸ਼ਾਮ ਕਹਿੰਦੀ ਅਸੀਂ ਅੱਜ ਸ਼ਾਮ ਦੀ ਉਡੀਕ ਨਹੀਂ ਕਰਨੀ, ਜਾਂ ਤਾਂ ਚਾਬੀਆਂ ਹੁਣ ਸਾਡੇ ਹੱਥ ਦੇ ਦਿਓ, ਨਹੀਂ ਤਾਂ ਹੁਣ ਬਰਾਬਰ ਦੀ ਜੰਗ ਹੋ। ਅਖੀਰ ਚਾਬੀਆਂ ਦਿੱਤੀਆਂ ਗਈਆਂ। ਜਦੋਂ ਸਾਧ ਸੰਗਤ ਨਨਕਾਣਾ ਸਾਹਿਬ ਪਹੁੰਚੀ ਜਨਮ ਅਸਥਾਨ ਤੇ ਕੀ ਵੇਖਿਆ, ਚਾਰੋਂ ਪਾਸੇ ਸਿੰਘਾਂ ਦੇ ਸ਼ਹੀਦ ਸਰੀਰ ਪਏ। ਮਤਲਬ ਤੁਸੀਂ ਦੇਖੋ ਉਸ ਵੇਲੇ ਕਹਿੰਦੇ 6 ਕੜੇ ਪੱਠੀਆਂ ਵਿੱਚੋਂ ਨਿਕਲੇ, ਮਤਲਬ ਕਿ 6 ਸਿੰਘ ਤਾਂ ਪੱਠੀਆਂ ਵਿੱਚ ਸ਼ਹੀਦ ਹੋਏ ਸਾਡੇ। 53 ਦੇ ਕਰੀਬ ਖੋਪੜੀਆਂ ਦਰਬਾਰ ਵਿੱਚੋਂ ਮਿਲੇ। ਬਾਕੀ ਸ਼ਰੀਰਾਂ ਦੇ ਟੁਕੜੇ ਵੱਖ-ਵੱਖ ਤਰੀਕੇ ਨਾਲ ਉਹਨਾਂ ਤੇ ਜੋ ਤਸੀਹੇ ਦਿੱਤੇ ਗਏ। ਅਖੀਰ ਮੁੱਕਦੀ ਗੱਲ, ਸਾਰਿਆਂ ਦੇ ਸ਼ਰੀਰ ਸਭ ਕੁਝ ਸੰਭਾਲ ਕੀਤੀ ਗਈ, ਚਿਖਾ ਤਿਆਰ। ਸਿੱਖ ਕੌਮ ਦੇ ਅੰਦਰ ਬੜੇ ਪਿਆਰੇ ਕੀਰਤਨੀਏ ਹੋਏ ਨੇ ਜਿਨ੍ਹਾਂ ਤੇ ਪੁਸਤਕ ਵੀ ਲਿਖੀ ਗਈ। ਸਰਦਾਰ ਹੀਰਾ ਸਿੰਘ ਜੀ ਬੜੇ ਜੀਵਨ ਵਾਲੇ ਕੀਰਤਨੀਏ ਸੀ। ਉਹਨਾਂ ਨੇ ਬੈਰਾਗਮਈ ਬਾਣੀ ਦਾ ਕੀਰਤਨ ਕੀਤਾ। ਭਾਈ ਜੋਧ ਸਿੰਘ ਜੀ ਜਿਨ੍ਹਾਂ ਨੇ ਅਰਦਾਸ ਕਰਨੀ ਸੀ ਸਿੰਘਾਂ ਦੇ ਨਿਮਿਤ, ਗੁਰੂ ਪਿਆਰੀ ਸਾਧ ਸੰਗਤ, ਉਹਨਾਂ ਨੇ ਅਰਦਾਸ ਤੋਂ ਪਹਿਲੇ ਇੱਕ ਗੱਲ ਕਹੀ, ਧਿਆਨ ਨਾਲ ਸੁਣੋ। ਕਹਿੰਦੇ ਜਿਹੜੀ ਸਿੱਖ ਇਤਿਹਾਸ ਦੇ ਅੰਦਰ ਅਰਦਾਸ ਹੈ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਬੰਦ ਕਟਾਏ। ਕਹਿੰਦੇ ਵੀ ਦੁਨੀਆ ਹੁਣ ਤੱਕ ਪੜਦੀ ਸੁਣਦੀ ਸੀ ਤੇ ਕਈ ਵਾਰ ਮਨ ਵਿੱਚ ਵਲਵਲੇ ਉੱਠਦੇ ਸਨ ਕਿ ਕਿੱਥੇ ਇੰਜ ਤਾਂ ਨਹੀਂ ਲਿਖ ਦਿੱਤਾ, ਇੰਜ ਤਾਂ ਨਹੀਂ ਲਿਖ ਦਿੱਤਾ। ਕਹਿੰਦੇ ਪਰ ਅੱਜ ਮੈਂ ਦੁਨੀਆ ਨੂੰ ਕਹਿੰਦਾ ਵੀ ਜਿੰਨੇ ਵੇਖਣਾ ਵੇਖ ਲਓ। ਅੱਜ ਸਾਰੇ ਕੰਮ ਇਸ ਪਾਵਨ ਅਸਥਾਨ ਤੇ ਗੁਰੂ ਕੇ ਸਿੱਖਾਂ ਨੇ ਨਿਭਾਏ ਨੇ। ਆਪਣਾ ਬੰਦ ਵੀ ਕਟਾ ਲਿਆ, ਆਪਣਾ ਬੰਦ ਵੀ ਕਟਾ ਲਿਆ, ਖੋਪੜੀਆਂ ਵੀ ਲਵਾ ਲੀਆਂ ਨੇ, ਸਰੀਰ ਦੇ ਟੋਟੇ ਵੀ ਕਰਾ ਲਏ ਨੇ, ਅੱਗ ਵੀ ਸੜ ਕੇ ਸ਼ਹੀਦ ਵੀ ਹੋਏ। ਗੁਰੂ ਪਿਆਰੀ ਸਾਧ ਸੰਗਤ 130 ਹਾਥਾਂ ਦੇ ਕੇ ਉਹ ਪਿਆਰਾ ਨਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਦੀ ਆਮਦ ਹੋਈ, ਜਿੱਥੇ ਸਿੱਖੀ ਦੀ ਆਮਦ ਹੋਈ, ਉਹ ਗੁਰੂ ਕੇ ਪਿਆਰੇ ਸਿੱਖਾਂ ਨੇ ਮਹੰਤਾਂ ਕੋਲ ਆਜ਼ਾਦ ਕਰਾਇਆ। ਇਤਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਗੁਰੂ ਸਥਾਨਾਂ ਦੀ ਸੇਵਾ ਸੰਭਾਲ ਦਾ ਕਾਰਜ ਮਿਲਿਆ। ਸਮਾਂ ਲਗਭਗ ਹੋ ਗਿਆ, ਮੈਂ ਬਹੁਤਾ ਡੀਪਲੀ ਨਹੀਂ ਗਿਆ ਕਿਉਂਕਿ ਤੁਸੀਂ ਬਹੁਤਾ ਇਤਿਹਾਸ ਕਦੇ ਸੁਣਿਆ ਨਹੀਂ। ਜਿਵੇਂ ਬਹੁਤਾ ਡੀਪਲੀ ਜਾਂਦਾ ਤੁਹਾਨੂੰ ਸਾਰਾ ਕਨਫਿਊਜ਼ ਹੋ ਜਾਣਾ ਸੀ। ਮੈਂ ਸੌਖੇ ਢੰਗ ਨਾਲ ਟੁਕ ਮਾਤਰ ਗੱਲਾਂ ਕਰਕੇ ਤੁਹਾਡੇ ਨਾਲ ਚੱਲਿਆ। ਦੂਜੀ ਗੱਲ, ਅੱਜ ਭਗਤ ਰਵਿਦਾਸ ਜੀ ਦਾ ਅਵਤਾਰ ਪੁਰਬ ਹੈ। ਅਵਤਾਰ ਪੁਰਬ ਦੀਆਂ ਆਪ ਜੀ ਨੂੰ ਲੱਖ ਵਧਾਈਆਂ। ਭਗਤ ਰਵਿਦਾਸ ਜੀ ਦੇ 40 ਸ਼ਬਦ ਨੇ 16 ਰਾਗਾਂ ਵਿੱਚ, ਤੇ ਉਹਨਾਂ ਨੇ ਇੱਕ ਅਵਸਥਾ ਦਾ ਜ਼ਿਕਰ ਕੀਤਾ ਜਿਹਨੂੰ ਕਿ ਬੇਗਮਪੁਰਾ। ਬੇਗਮਪੁਰਾ ਜਿੱਥੇ ਕੋਈ ਗਮ ਨਹੀਂ ਰਹਿ ਜਾਂਦਾ, ਜਿੱਥੇ ਅਵਸਥਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਜੇ ਮੁਕਤ ਦੀ ਗੱਲ ਕਰਾਂ ਨਾ, ਉਹਨਾਂ ਦੇ 40 ਸ਼ਬਦਾਂ ਦੇ ਵਿੱਚ ਨਾ ਉਪਾਧੀ ਤੋਂ ਲੈ ਕੇ ਸਮਾਧੀ ਤੱਕ ਦੀ ਗੱਲ ਹੈ। ਕਿਉਂਕਿ ਪਹਿਲੀ ਗੱਲ ਉਹਨਾਂ ਨੇ ਕੀਤੀ ਹੈ ਮਾਧਵੇ ਕਿਆ ਕਹੀਏ ਭ੍ਰਮ ਐਸਾ, ਅਖੀਰ ਕਿੱਥੇ ਲੈ ਕੇ ਬੇਗਮਪੁਰਾ ਸ਼ਹਿਰ ਕੋਲੋਂ। ਇਹਦੇ ਲਈ ਸਮਾਂ ਚਾਹੀਦਾ ਜੀ 40 ਸ਼ਬਦਾਂ ਦੀ ਵਿਆਖਿਆ ਹੋਵੇ। ਇੱਕ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਭਾਵੇਂ ਗੁਰੂ ਹਰਿਰਾਏ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ, ਪਰ ਉਹਨਾਂ ਦੇ ਮਨਾਂ ਵਿੱਚ ਬਾਣੀ ਦਾ ਕਿੰਨਾ ਅਦਬ ਹੈ, ਕਿੰਨਾ ਸਤਿਕਾਰ ਹੈ। ਕਹਿੰਦੇ ਇੱਕ ਦਿਨ ਮਹਾਰਾਜ ਪਲੰਗ ਤੇ ਲੇਟੇ ਨੇ ਤੇ ਸਿੱਖ ਸੰਗਤ ਕੀਰਤਨ ਕਰਦੀ ਹੋਈ ਆ ਗਈ। ਮਹਾਰਾਜ ਦੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ। ਬਾਣੀ ਦੇ ਸਤਿਕਾਰ ਵੱਲੋਂ ਇੱਕਦਮ ਖੜੇ ਹੋਏ। ਮਹਾਰਾਜ ਦਾ ਗੋਡਾ ਨਾ ਪਲੰਗ ਨੂੰ ਵੱਜਾ, ਸੱਟ ਲੱਗ ਗਈ। ਪਰ ਕਿੰਨਾ ਸਤਿਕਾਰ ਹੈ ਬਾਣੀ ਦਾ। ਸਾਡੇ ਘਰਾਂ ਵਿੱਚ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੀਰਤਨ ਲਾਉਂਦੇ ਸਾਹਮਣੇ ਪੈਰ ਕਰਕੇ ਬੈਠੇ ਨਹੀਂ, ਸਤਿਕਾਰ। ਬੜੇ ਘਰ ਐਸੇ ਵੇਖੇ ਨੇ ਜਦੋਂ ਹਰਿਮੰਦਰ ਸਾਹਿਬ ਦਾ ਕੀਰਤਨ ਲਾਉਂਦੇ ਨੇ ਨਾ, ਬਰਾਬਰ ਨਹੀਂ ਬੈਠਦੇ, ਟੀਵੀ ਦੇ ਥੱਲੇ ਹੋ ਕੇ ਬੈਠਦੇ ਨੇ। ਛੋਟੀ ਜੀ ਗੱਲ ਕਰਾਂ, ਕਰਨਾਲ ਇੱਕ ਵਿਦਵਾਨ ਹੋਏ ਨੇ ਗਿਆਨੀ ਤਰਜੀਤ ਸਿੰਘ।
2 ਸਾਲ ਪਹਿਲੇ ਸੱਚਖੰਡ ਪਿਆਨਾ ਕਰ ਗਏ ਨੇ, ਬੜੀ ਇਮਾਰਤ ਦੀ ਮਿਹਰ ਆ ਉਹਨਾਂ ਦੀ। ਮੈਂ ਉਹਨਾਂ ਦੇ ਘਰ ਗਿਆ, ਬੜਾ ਵੱਡਾ ਉਹਨਾਂ ਦਾ ਘਰ ਹੈ, ਫੁੱਲੀ ਏਸੀ ਬੰਦ ਕੀਤੇ ਹੋਏ ਸਨ, ਗਰਮੀ ਦੇ ਦਿਨ ਸਨ। ਮੈਂ ਨਾ ਹਾਸੇ ਵਿੱਚ ਕਿਹਾ, ਮੈਂ ਕਿਹਾ ਕੀ ਗੱਲ ਏਸੀ ਬੰਦ ਕੀਤੇ ਨੇ, ਬਿੱਲ ਨਾ ਆ ਜਾਏ? ਕਹਿੰਦੇ ਨਹੀਂ, ਇਹ ਗੱਲ ਕਹਿੰਦੇ ਅੱਜ ਸਵੇਰੇ ਨਾ ਗੁਰੂ ਮਹਾਰਾਜ ਦੇ ਕਮਰੇ ਦਾ ਏਸੀ ਖਰਾਬ ਜਦ ਤੱਕ ਗੁਰੂ ਮਹਾਰਾਜ ਦੇ ਕਮਰੇ ਦਾ ਏਸੀ ਠੀਕ ਨਹੀਂ ਹੋ ਜਾਂਦਾ ਨਾ, ਅਸੀਂ ਆਪਣੇ ਘਰ ਦੇ ਏਸੀ ਔਨ ਨਹੀਂ ਕਰਾਂਗੇ। ਦੇਖੋ ਕਹਿੰਦੇ ਮਕੈਨਿਕ ਲੱਗਾ, ਜਦੋਂ ਮਹਾਰਾਜ ਦੇ ਕਮਰੇ ਦਾ ਏਸੀ ਔਨ ਹੋਏਗਾ ਨਾ, ਤਾਂ ਅਸੀਂ ਆਪਣੇ ਕਮਰੇ ਦਾ ਏਸੀ। ਇਹ ਸਤਿਕਾਰ ਦਾ ਅੰਗ ਹੈ। ਜਿਉਂ ਤੁਹਾਡਾ ਗੁਰੂ ਪ੍ਰਤੀ ਸਤਿਕਾਰ ਵਧੇਗਾ ਨਾ, ਤੁਹਾਡੇ ਤੇ ਗੁਰੂ ਦੀ ਕਿਰਪਾ ਵਧੇਗੀ। ਗੁਰੂ ਹਰਿਰਾਏ ਸਾਹਿਬ ਜੀ ਨੇ ਮੇਨ ਗੱਲ ਸਾਨੂੰ ਸਿਖਾਈ ਹੈ ਆਪਣੇ ਜੀਵਨ ਕਾਲ ਵਿੱਚ। ਔਰ ਦੇਖੋ ਇਸੇ ਦਿੱਲੀ ਦੀ ਧਰਤੀ ਤੇ ਉਹਨਾਂ ਦਾ ਪੁੱਤਰ ਰਾਮ ਰਾਏ, ਗੁਰਬਾਣੀ ਤੁਕ ਬਦਲ ਦਿੱਤਾ, ਮਿੱਟੀ ਮੁਸਲਮਾਨ ਕੀ ਥਾਂ ਤੇ ਕਹਿੰਦਾ ਮਿੱਟੀ ਬੇਈਮਾਨ ਕੀ। ਮਹਾਰਾਜ ਕਹਿੰਦੇ ਰਾਮ ਰਾਏ ਨੇ ਬਾਣੀ ਦੀ ਨਰਾਦਰੀ ਕੀਤੀ ਹੈ, ਭਾਵੇਂ ਸੱਕਾ ਪੁੱਤਰ ਹੈ। ਉਹਨੂੰ ਕਹਿ ਦਿਓ ਜਿਹੜੇ ਪਾਸੇ ਮੂੰਹ ਹੈ ਨਾ ਚਲਾ ਜਾਵੇ, ਸਾਡੇ ਮੱਥੇ ਨਾਲ ਲੱਗੇ। ਤੇ ਮਹਾਰਾਜ ਅਕਸਰ ਇੱਕ ਗੱਲ ਕਹਿੰਦੇ ਸਨ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਨਾਹੀ ਸੋ ਸਿੱਖ ਹਮਾ। ਮਹਾਰਾਜ ਕਹਿੰਦੇ ਜਿਸ ਬੰਦੇ ਦੇ ਜੀਵਨ ਕਾਲ ਦੇ ਵਿੱਚ ਬਾਣੀ ਦਾ ਅਦਬ ਨਹੀਂ, ਬਾਣੀ ਦਾ ਸਤਿਕਾਰ ਨਹੀਂ, ਸਾਡਾ ਸਿੱਖ ਹੀ ਨਹੀਂ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਨਾਹੀ ਸੋ ਸਿੱਖ ਹਮਾ। ਇੱਕ ਗੱਲ ਹੋਰ ਕਹਿ ਕੇ ਮੈਂ ਸਮਾਪਤੀ ਕਰ ਦਿਆਂ। ਅੱਜ ਨਾ ਬੜੇ ਲੋਕ ਸਾਨੂੰ ਇਸ ਗੱਲੋਂ ਤੋੜਦੇ ਪਏ ਨੇ, ਕਹਿੰਦੇ ਵੀ ਜਿਹੜਾ ਤੁਸੀਂ ਨਿਤਨੇਮ ਕਰਦੇ ਹੋ ਨਾ, ਇਹ ਰੈਪੀਟੀਸ਼ਨ ਹੈ, ਤੋਤਾ ਰੱਟਣੀ ਹੈ, ਤੁਸੀਂ ਅਰਥਾਂ ਨੂੰ ਸਮਝਦੇ ਨਹੀਂ, ਇਹਦਾ ਕੋਈ ਲਾਹਾ ਨਹੀਂ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਸਵਾਲ ਕੀਤਾ ਸੀ, ਮਹਾਰਾਜ ਬਾਣੀ ਪੜ੍ਹਦੇ ਆ, ਬਾਣੀ ਦੇ ਅਰਥਾਂ ਦਾ ਸਮਝ ਨਹੀਂ, ਕਿ ਉਹ ਬਾਣੀ ਪੜ੍ਹੀ ਲਾਹੇਵੰਦ ਹੈ? ਮਹਾਰਾਜ ਕਹਿੰਦੇ ਦੱਸਾਂਗੇ। ਇੱਕ ਦਿਨ ਮਹਾਰਾਜ ਸੈਰ ਕਰਨ ਚੱਲੇ ਸੀ, ਤੇ ਭਾਂਡੇ ਵਿੱਚੋਂ ਨਾ ਘਿਓ ਸਿੰਮਦਾ ਪਿਆ ਸੀ। ਬਰਤਨ ਮਿੱਟੀ ਦਾ ਠੀਕਰਾ, ਬਰਤਨ ਟੁੱਟਿਆ ਹੋਇਆ ਸੀ, ਮਟਕਾ, ਠੀਕਰਿਆਂ ਵਿੱਚੋਂ ਘਿਓ ਸਿੰਮਦਾ ਪਿਆ ਸੀ। ਮਹਾਰਾਜ ਕਹਿੰਦੇ ਧਿਆਨ ਨਾਲ ਵੇਖ, ਇਸ ਬਰਤਨ ਵਿੱਚ ਕਦੀ ਘਿਓ ਪਾ ਕੇ ਕੱਢ ਲਿਆ ਪਰ ਥਿੰਦਿਆਈ ਰਹਿ ਗਈ ਨਾ। ਅਗਰ ਤੁਹਾਨੂੰ ਅਰਥ ਸਮਝ ਵੀ ਨਹੀਂ ਨਾ, ਕੋਈ ਗੱਲ ਨਹੀਂ, ਬਾਣੀ ਪੜ੍ਹੀ ਜਾਓ, ਬਾਣੀ ਆਪਣਾ ਅਸਰ ਜ਼ਰੂਰ ਕਰੇਗੀ। ਜਿਸ ਤਰ੍ਹਾਂ ਬਰਤਨ ਵਿੱਚ ਪਾ ਕੇ ਘਿਓ ਕੱਢ ਲੋ, ਥਿੰਦਿਆਈ ਰਹਿੰਦੀ ਹੈ। ਉੱਥੇ ਇੱਕ ਹੋਰ ਦ੍ਰਿਸ਼ਟਾਂਤ ਹੈ। ਮਹਾਰਾਜ ਕਹਿੰਦੇ ਇੱਕ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ। ਕਦੀ ਮਾਂ ਨੇ ਪੁੱਛਿਆ ਬੱਚੇ ਨੂੰ, ਬੇਟਾ ਪਹਿਲੇ ਦੱਸ ਵੀ ਦੁੱਧ ਵਿੱਚ ਕਿੰਨੇ ਮਿਨਰਲ ਨੇ, ਕਿੰਨੇ ਵਿਟਾਮਿਨ ਨੇ, ਤਾਂ ਤੈਨੂੰ ਦੁੱਧ ਦਿਆਂਗੀ। ਬੱਚੇ ਨੂੰ ਤਾਂ ਦੁੱਧ ਬਾਰੇ ਕੱਖ ਵੀ ਨਹੀਂ ਪਤਾ, ਤੇ ਨਾ ਹੀ ਮਾਂ ਸਵਾਲ ਕਰਦੀ ਹੈ। ਮਾਂ ਦੁੱਧ ਪਿਲਾਉਂਦੀ ਹੈ, ਬੱਚਾ ਪੀ ਲੈਂਦਾ ਹੈ, ਬੱਚੇ ਨੂੰ ਤਾਕਤ ਮਿਲਦੀ ਹੈ। ਤੇ ਨਾਲੇ ਜਿਹੜੇ ਕਹਿੰਦੇ ਰੈਪੀਟੀਸ਼ਨ ਹੈ, ਉਹਨੂੰ ਕਹੋ ਤੁਸੀਂ ਸਵਾਸ ਲੈਂਦੇ ਹੋ, ਰੈਪੀਟੀਸ਼ਨ ਨਹੀਂ ਹੈ। तो मेरा कहने तो भाव जे तुहानू बाणी दे अर्थ दी समझ नहीं, समझो बड़ी चंगी गल है, पर जे समझ भी नहीं ना तां भी पढ़ी जाओगे ना लाहा ही लाहा। तां करके कहते नितनेम कदी ना छड्डो, अगर अर्थ दी समझ नहीं तां भी कोई गल नहीं। गल 2 मिनट दी करके समाप्ति करा, बड़ी पुरानी गल है। मैं एक बार एक रिकॉर्डिंग सुन ली संत गुरमुख सिंह पटियाले वाले महापुरखां दी। संत गुरमुख सिंह पटियाले वाले वो महापुरख ने जिन्हां तो कार सेवा दी संप्रदा आरंभ होई। उन्होंने एक कहानी जी बना के सुनाई। मस्कीन जी एक गल कहते कहा नहीं, जी कहानी होती है ना, कहा नहीं, जो कह रहे नहीं है पर उनदे विचों सिक्ख्या ले लो, चुप कर। वो कहते भी किसी देश अंदर बड़ा मीह पैंदा सी, मीह पैण दे नाल फसलां चंगियां हुंदियां सन, फसलां चंगियां होण करके 4 पैसे चंगे हुंदे सन। अक्सर जदों बंदे कोल 4 पैसे वधदे ने ना, बंदा रब नूं भुल जांदा है। तां कहंदे दुख दारू सुख रोग पिया। वो कहंदे सारा देश ना रब नूं भुल गया। अखीर देवतियां ने एक मीटिंग बुलाई, गल सुनन वाली है। कहंदे असीं इस तरह करदे हां, 12 साल मीह नहीं पौंदी, ना तो 12 साल मीह पेगा, ना फसलां होणगियां, भुख मारी वधेगी, लोग सानूं याद करनगे। अखीर सारे देवते इकट्ठे होकर इंद्र कोल चले गए। एक मनोत है, इंद्र मीह पाउंदा है। महाराज ने बाणी विच लिखिया, पै विच इंद्र फिरै सिर भार, क्या उठ उठ देखो बपड़े से मेघे हाथ किछ नाहे, जिन ए मेघ पठाया तिस राखो मन मान।
ਇੰਦਰ ਨੂੰ ਜਾ ਕੇ ਬੇਨਤੀ ਕੀਤੀ ਵੀ ਤੁਹਾਨੂੰ ਬੇਨਤੀ ਕਰਨਾ ਹੈ 12 ਸਾਲ ਮੀਂਹ ਨਾ ਪਾਓ। ਉਹ ਕਹਿੰਦੇ ਮੈਂ ਤਾਂ 12 ਸਾਲ ਮੀਂਹ ਨਹੀਂ ਪਾਵਾਂਗਾ, ਪਰ ਮੇਰੇ ਲਈ ਬੜਾ ਔਖਾ ਕੰਮ ਹੈ ਯਾਦ ਰੱਖਣਾ 12 ਸਾਲ ਸ਼ੁਰੂ ਕਦੋਂ ਹੋਣਗੇ ਤੇ 12 ਸਾਲ ਖਤਮ ਕਦੋਂ ਹੋਣਗੇ। ਤੁਸੀਂ ਇਸ ਤਰ੍ਹਾਂ ਕਰੋ, ਸ਼ਿਵ ਜੀ ਕੋਲ ਚਲੇ ਜਾਓ। ਸ਼ਿਵ ਜੀ ਨਾ ਰੋਜ਼ ਸਵੇਰੇ 9 ਵਜੇ ਸ਼ੰਖ ਵਜਾਉਂਦੇ ਨੇ, ਉਹਨਾਂ ਨੂੰ ਕਹੋ ਵੀ 12 ਸਾਲ ਸ਼ੰਖ ਨਾ ਵਜਾ। ਜਦੋਂ 12 ਸਾਲਾਂ ਬਾਅਦ ਸ਼ੰਖ ਵਜਾਣਗੇ, ਸ਼ੰਖ ਦੀ ਆਵਾਜ਼ ਮੇਰੇ ਕੰਨ 'ਚ ਪਏਗੀ ਤਾਂ ਮੈਂ ਮੀਂਹ ਪਾਵਾਂ। ਸਾਰੇ ਸ਼ਿਵ ਜੀ ਕੋਲ ਚਲੇ ਗਏ। ਉਹ ਕਹਿੰਦੇ ਠੀਕ ਹੈ, ਮੈਂ ਨਹੀਂ ਸ਼ੰਖ ਵਜਾਵਾਂ। ਉਹ ਸ਼ਿਵ ਜੀ ਨੇ ਸ਼ੰਖ ਵਜਾਣਾ ਬੰਦ ਕਰ ਦਿੱਤਾ। 6 ਮਹੀਨੇ ਲੰਘ ਗਏ, ਨਾ ਤਾਂ ਸ਼ੰਖ ਵੱਜਿਆ ਨਾ ਮੀਂਹ ਪਿਆ। ਕਹਿੰਦੇ 6 ਮਹੀਨੇ ਬਾਅਦ ਪਾਰਵਤੀ ਮਾਈ ਤੇ ਸ਼ਿਵ ਜੀ ਮਾਤ ਲੋਕ ਤੇ ਚਲੇ। ਗਰਮੀ ਪੈ ਰਹੀ ਹੈ, ਇੱਕ ਬਜ਼ੁਰਗ ਵਿਚਾਰਾ ਖੇਤਾਂ ਵਿੱਚ ਹਲ ਵਾਹ ਰਿਹਾ। ਪਾਰਵਤੀ ਜੀ ਨੂੰ ਤਰਸ ਆ ਗਿਆ, ਕਹਿੰਦੇ ਬਾਪੂ ਤੈਨੂੰ ਇੱਕ ਗੱਲ ਦੱਸੀਏ, ਸਾਰੇ ਦੇਵਤਿਆਂ ਨੇ ਮੀਟਿੰਗ ਕੀਤੀ ਵੀ 12 ਸਾਲ ਮੀਂਹ ਨਹੀਂ ਪਾਣਾ। 6 ਮਹੀਨੇ ਲੰਘ ਕੇ 11.5 ਸਾਲ ਪਏ ਨੇ, ਅਜੇ 11.5 ਸਾਲ ਮੀਂਹ ਨਹੀਂ ਪੈਣਾ। ਇਸ ਕਰਕੇ ਤੈਨੂੰ ਕਹਿ ਰਿਹਾ ਵੀ ਹਲ ਵਾਣਾ ਬੰਦ ਕਰ ਦੇ। ਬਾਪੂ ਕਹਿੰਦਾ ਦੇਖੋ ਮੀਂਹ ਪਵੇ ਨਾ ਪਵੇ ਰੱਬ ਦੇ ਹੱਥ, ਮੈਂ ਆਪਣਾ ਕੰਮ ਕਰਨਾ। ਦੂਜੀ ਗੱਲ, ਜੇ ਤੁਹਾਡੀ ਗੱਲ ਵੱਡੀ ਕੀਤੀ ਵੀ ਚਲੋ 11.5 ਸਾਲ ਮੀਂਹ ਨਹੀਂ ਪੈਣਾ ਤੇ ਮੈਂ 11.5 ਸਾਲ ਹਲ ਵਾਣਾ ਬੰਦ ਕਰ ਦਿਆਂ, ਤੇ ਕਹਿੰਦੇ ਮੈਂ ਆਪਣਾ ਹਲ ਵਾਣ ਦਾ ਨੇਮ ਛੱਡ ਦਿੱਤਾ ਤੇ ਮੈਨੂੰ ਤਾਂ ਭੁੱਲ ਹੀ ਜਾਏਗਾ ਵੀ 12 ਸਾਲਾਂ ਬਾਅਦ ਹਲ ਵਾਈ ਦਾ ਕਿਸ ਤਰ੍ਹਾਂ। ਇਸ ਕਰਕੇ ਮੈਂ ਆਪਣਾ ਨੇਮ ਨਹੀਂ ਛੱਡਣਾ। ਪਾਰਵਤੀ ਜੀ ਸ਼ਿਵ ਜੀ ਨੂੰ ਕਹਿੰਦੇ ਦੇਖਿਆ ਸੁਣਿਆ, ਕਹਿੰਦਾ ਜੇ ਮੈਂ ਨੇਮ ਛੱਡ ਦਿੱਤਾ ਨਾ ਹਲ ਵਾਣ ਦਾ, ਭੁੱਲ ਹੀ ਜਾਣਾ ਕਿ ਹਲ ਵਾਈ ਦਾ ਕਿਸ ਤਰ੍ਹਾਂ। ਕਹਿੰਦੇ ਤੁਸੀਂ ਵੀ ਤਾਂ ਨੇਮ ਵਜੋਂ ਸ਼ੰਖ ਵਜਾਉਂਦੇ ਹੋ, ਜੇ ਤੁਸੀਂ 12 ਸਾਲ ਸ਼ੰਖ ਨਾ ਵਜਾਇਆ ਕਿ ਤੁਹਾਨੂੰ ਭੁੱਲ ਹੀ ਨਾ ਜਾਵੇ ਸ਼ੰਖ ਵਜਾਈ ਦਾ ਕਿਸ ਤਰ੍ਹਾਂ। ਕਹਿੰਦੇ 6 ਮਹੀਨੇ ਲੰਘ ਗਏ ਨੇ, ਵਜਾਏ ਨਹੀਂ, ਕਿਤੇ ਭੁੱਲਦਾ ਨਹੀਂ ਕਿ ਕਿਤੇ ਸ਼ੰਖ ਵਜਾਣਾ ਵਜਾ ਕੇ ਵੇਖੋ। ਸ਼ਿਵ ਜੀ ਕਹਿੰਦਾ ਗੱਲ ਬੜੀ ਕਮਾਲ ਦੀ ਹੈ ਵੀ ਜੇ ਵਾਕਈ ਮੈਂ 6 ਮਹੀਨੇ ਲੰਘ ਗਏ ਨੇ, ਜੇ 11.5 ਸਾਲ ਹੋਰ ਸ਼ੰਖ ਨਾ ਵਜਾਇਆ ਕਿਤੇ ਮੈਨੂੰ ਭੁੱਲ ਹੀ ਨਾ ਜਾਵੇ ਸ਼ੰਖ ਵਜਾਈ ਦਾ ਕਿਸ ਤਰ੍ਹਾਂ। ਉਹਨੇ ਆਪਣਾ ਸ਼ਿਵ ਜੀ ਨੇ ਸ਼ੰਖ ਚੁੱਕ ਕੇ ਜਦੋਂ ਸ਼ੰਖ ਪੂਰਿਆ ਨਾ, ਇੰਦਰ ਦੇਵਤੇ ਨੇ ਸੋਚਿਆ ਸ਼ਾਇਦ 12 ਸਾਲ ਪੂਰੇ ਹੋ ਗਏ, ਉਹਨਾਂ ਨੇ ਮੀਂਹ ਪਾ ਦਿੱਤਾ। ਉਹ ਮੀਂਹ ਪਿਆ ਤੇ ਬਾਪੂ ਕਹਿੰਦਾ ਤੁਸੀਂ ਕਹਿੰਦੇ 11.5 ਸਾਲਾਂ ਚ ਮੀਂਹ ਨਹੀਂ ਪੈਣਾ, ਮੀਂਹ ਪੈ ਗਿਆ। ਪਾਰਵਤੀ ਜੀ ਕਹਿੰਦੇ ਬਾਪੂ ਅੱਜ ਤੇਰੇ ਨੇਮ 11.5 ਸਾਲਾਂ ਦਾ ਕਾਲ। ਇਸੇ ਤਰ੍ਹਾਂ ਜਿਸ ਗੁਰਸਿੱਖ ਦੀ ਜ਼ਿੰਦਗੀ ਨਿਤ ਨੇਮ ਹੈ ਨਾ, ਮਹਾਰਾਜ 84 ਦਾ ਕਾਲ। तो गुरु हर राय साहब जी ने ਜਿਹੜੀ ਸਭ ਤੋਂ ਵੱਡੀ ਗੱਲ ਦੱਸੀ ਵੀ ਭਾਵੇਂ ਤੁਹਾਨੂੰ ਅਰਥਾਂ ਦੀ ਸਮਝ ਨਹੀਂ ਵੀ ਨਿਤਨੇਮ ਨਾ ਛੱਡੋ, ਬਾਣੀ ਜ਼ਰੂਰ ਪੜੋ। ਜਿਸ ਤਰ੍ਹਾਂ ਭਾਂਡੇ ਵਿੱਚੋਂ ਘਿਓ ਪਾ ਕੇ ਕੱਢ ਲਈ ਖਿਲਾਈ ਰਹਿ ਜਾਂਦੀ ਹੈ, ਮਾਂ ਬੱਚੇ ਨੂੰ ਦੁੱਧ ਦਿੰਦੀ ਹੈ, ਬੱਚੇ ਨੂੰ ਕੱਖ ਨਹੀਂ ਪਤਾ ਦੁੱਧ ਬਾਰੇ ਵੀ ਦੁੱਧ ਵਿੱਚ ਕੀ ਹੈ, ਪੀ ਲੈਂਦਾ ਤਾਕਤ। ਇਹ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ। ਮੈਂ ਟੂਕ ਮਾਤਰ ਹਾਜ਼ਰੀ ਲਾਈ ਹੈ ਭਗਤ ਰਵਿਦਾਸ ਜੀ ਦਾ ਕੱਪਾ ਸਾਕਾ ਨਨਕਾਣਾ ਸਾਹਿਬ ਦੇ ਸਿੰਘ ਸ਼ਹਾਦਤ, ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਇੱਕ ਵਾਰ ਸਾਰੇ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਭੋਲੋ ਜੀ ਵਾਹਿਗੁਰੂ। ਇਤਿਹਾਸ ਦੇ ਵਿਚਾਰ ਕਰਦੇ ਇੱਕ ਨੇ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਭੁੱਲਾਂ ਨਾ ਚਿਤਾਰਨੀਆਂ। ਇੱਥੇ ਹੀ ਮੈਂ ਆਪ ਜੀ ਕੋਲ ਆਗਿਆ ਮੰਗਾਂਗਾ, ਹੈਡ ਗ੍ਰੰਥੀ ਸਾਹਿਬ ਨੂੰ ਬੇਨਤੀ ਕਰਾਂਗਾ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਨ, ਕਿਉਂਕਿ ਦਾਸ ਨੇ ਅੱਗੇ ਕਿਤੇ 9:30 ਵਜੇ ਕਿਸੇ ਨੂੰ ਮਿਲਣਾ ਹੈ, ਸਵੇਰੇ ਵਾਪਸੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।